चलो हुण देखो, हुण 1932 ਦੇ ਵਿੱਚ बेटा एक एक्सपैरीमेंट होया एंड दिस इज अ वेरी फेमस एक्सपैरीमेंट। बड़ी बार तुहाडे तो यही पूछा जाता है कि न्यूट्रॉन्स की डिस्कवरी किहने कीती सी। ਤਾਂ ਆਪਣੇ ਕੋਲੇ ਨਿਊਟਰੋਨ ਦੇ ਬਾਰੇ, ਕਿਉਂਕਿ ਨਿਊਟਰੋਨ ਤਾਂ ਬੇਸਿਕਲੀ ਨਿਊਟਰਲ ਹੈ, ਆਪਾਂ ਨੂੰ ਪਤਾ ਹੀ ਨਹੀਂ ਸੀ। ਤੁਸੀਂ ਇਹ ਦੇਖੋ ਕਿ 1932 ਮਤਲਬ 1932 ਦਾ ਟਾਈਮ ਲਾ ਲਓ ਤੁਸੀਂ ਕਿ ਜਵਾਹਰ ਲਾਲ ਨਹਿਰੂ ਦੇ ਟਾਈਮ ਤੇ, ਜਦੋਂ ਜਵਾਹਰ ਲਾਲ ਨਹਿਰੂ ਬੱਚਾ ਹੁੰਦਾ ਸੀ, ਉਹ ਟਾਈਮ ਆ ਚੁੱਕਿਆ ਹੈ ਹੁਣ ਤੱਕ, ਠੀਕ ਹੈ ਨਾ। ਤੇ ਉਦੋਂ ਪਹਿਲਾਂ ਪਹਿਲਾਂ ਆਪਣੇ ਕੋਲੇ ਜਿਹੜੀ ਸਾਇੰਸ ਸੀ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਨਿਊਟਰੋਨ ਹੁੰਦਾ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ देयर इज अ न्यूक्लियस and there are electrons, equal number of electrons which are moving around the nucleus। ਤੇ ਇਸ ਨਿਊਕਲੀਅਸ ਦੇ ਵਿੱਚ ਕੀ ਹੈ, ਇਹ ਨਿਊਕਲੀਅਸ ਦੇ ਵਿੱਚ ਸਿਰਫ ਤੇ ਸਿਰਫ ਪ੍ਰੋਟੋਨਸ ਹੀ ਹੈ। ਉਹਨਾਂ ਨੂੰ ਐ ਲੱਗਦਾ ਸੀ ਵੀ ਇੱਥੇ ਐਂ ਕਰਕੇ ਪ੍ਰੋਟੋਨਸ ਦਾ ਇੱਕ ਗਰੁੱਪ ਜਿਹਾ ਪਿਆ। this is what they thought that this is something that is happening। ਉਹਨਾਂ ਨੂੰ ਐ ਲੱਗਿਆ ਕਿ ਇਹ ਚੀਜ਼ ਹੁੰਦੀ ਹੈ। ਹੁਣ ਆ ਜਿਹੜਾ ਹੈ ਨਾ, ਇਹ ਆਪਣੇ ਕੋਲੇ ਆ ਗਿਆ ਨਿਊਕਲੀਅਸ, ਲੇਕਿਨ ਇਸ ਨਿਊਕਲੀਅਸ ਚ ਉਹਨਾਂ ਨੂੰ ਲੱਗਿਆ ਕਿ ਸਿਰਫ ਤੇ ਸਿਰਫ ਪ੍ਰੋਟੋਨ ਨੇ and number of proton is equal to number of electron। but ਇਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਕਿ ਇਹਦੇ ਵਿੱਚ ਤਾਂ ਜੀ ਨਿਊਟਰੋਨ ਵੀ ਹੈਗੇ ਆ। ਤਾਂ 1932 ਚੈਡਵਿਕ was the person who did an experiment and he found that neutrons are also present। ਇਸ ਐਕਸਪੈਰੀਮੈਂਟ ਦੀ ਕੋਈ ਬਾਹਲੀ ਵੈਲਿਊ ਨਹੀਂ, ਸਿਰਫ ਇੰਨੀ ਕੁ ਵੈਲਿਊ ਹੈ ਵੀ ਤੁਹਾਨੂੰ ਇਹ ਪੁੱਛਿਆ ਜਾ ਸਕਦਾ, ਚੈਡਵਿਕ ਦਾ ਨਾਮ ਪੁੱਛਿਆ ਜਾ ਸਕਦਾ, who was behind the discovery of neutron, when neutron was discovered। ਇਹ ਤੋਂ ਵੱਧ ਕੋਈ ਕੁਐਸਚਨ ਨਹੀਂ ਆਉਂਦਾ ਇਹ ਵਾਲੇ ਟੌਪਿਕ ਦੇ ਵਿੱਚੋਂ, ਨਾ ਅੱਜ ਤੱਕ ਆਇਆ ਹੋਇਆ। ਇਹਨਾਂ ਨੇ ਕੀ ਕੀਤਾ, ਇੱਥੇ ਆਪਾਂ ਨੂੰ ਕੋਲੇ ਇੱਕ ਪੋਲੋਨੀਅਮ ਨਾਮ ਦਾ ਮਟੀਰੀਅਲ ਰੱਖਿਆ, ਤੇ ਆ ਜਿਹੜਾ ਹੁੰਦਾ ਨਾ, ਆ ਜਿਹੜੀ ਚੀਜ਼ ਹੈ ਇਹ ਲੈਡ ਦੀ ਬਣੀ ਹੁੰਦੀ ਹੈ, ਤਾਂ ਕਿ ਜਿਹੜੀ ਰੇਡੀਓ ਐਕਟਿਵ ਡੀਕੇਜ਼ ਨੇ ਇਹ ਆਪਾਂ ਨੂੰ ਪਰੇਸ਼ਾਨ ਨਾ ਕਰਨ, ਆਪਣੀ ਬੋਡੀ ਨੂੰ ਡੈਮੇਜ ਨਾ ਕਰ ਸਕਣ। ਕਿਉਂਕਿ ਸਾਇੰਟਿਸਟ ਬੰਦਾ ਤਾਂ ਇਹਦੇ ਪਿੱਛੇ ਖੜਾ ਰਹੂਗਾ ਨਾ, ਸਾਇੰਟਿਸਟ ਬੰਦੇ ਨੇ ਇਹਦੇ ਪਿੱਛੇ ਖੜੇ ਰਹਿਣਾ, ਤਾਂ ਉਹ ਇਹ ਨਹੀਂ ਚਾਹੁੰਦਾ ਕਿ ਮੇਰਾ ਨੁਕਸਾਨ ਹੋ ਸਕੇ, ਤਾਂ ਇਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਤਾਂ ਲੈਡ ਵਾਸਤੇ ਨੇ ਕਰਕੇ ਤੇ ਰੱਖਿਆ। ਇਹਦੇ ਵਿੱਚੋਂ ਦੀ ਅਲਫਾ ਪਾਰਟੀਕਲ ਨਿਕਲੇ ਐਂਡ देयर वाज बेरिलियम ਹੀਅਰ। ਆਪਣੇ ਕੋਲੇ ਕੁਝ ਇੱਥੇ ਆਪਣੇ ਕੋਲੇ ਕੁਝ ਰੇਡੀਏਸ਼ਨ ਆਈ, ਇੱਥੇ ਆਪਾਂ ਨੂੰ ਪੈਰਾਫਿਨ ਸਲੈਬ ਰੱਖੀ ਹੋਈ, ਇੱਥੇ ਜਿਹੜੀ ਆਪਣੇ ਕੋਲੇ ਰੇਡੀਏਸ਼ਨ ਆ ਗਈ ਉਹ ਸੀਗੀ ਪ੍ਰੋਟੋਨ ਦੀ, ਤੇ ਇੱਥੇ ਪ੍ਰੋਟੋਨ ਡਿਟੈਕਟਰ ਲੱਗਿਆ ਹੋਇਆ। ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਫਾਈਂਡ ਕਰ ਲਿਆ ਕਿ ਯਾਰ ਇੱਥੇ ਪ੍ਰੋਟੋਨ ਤਾਂ ਆ ਰਹੇ ਆ, ਉਹ ਕਹਿੰਦੇ ਪ੍ਰੋਟੋਨ ਇਜ਼ ਕਮਿੰਗ देयर, ਬਟ ਵਾਈ ਦੀ ਪ੍ਰੋਟੋਨ ਇਜ਼ ਕਮਿੰਗ, ਬਿਕੋਜ਼ ਆਣਾ ਤਾਂ ਆਪਣੇ ਕੋਲੇ ਅਲਫਾ ਚਾਹੀਦਾ ਸੀ, ਅਲਫਾ ਇੱਥੋਂ ਨਹੀਂ ਆਂਦਾ। ਬੈਰੀਲੀਅਮ ਦਾ ਨਿਊਕਲੀਅਸ ਬਹੁਤ ਛੋਟਾ ਹੈ, ਇਹਦੇ ਆਰ ਪਾਰ ਅਲਫਾ ਨਿਕਲਦਾ, ਇਹਦੇ ਵੀ ਆਰ ਪਾਰ ਅਲਫਾ ਨਿਕਲਦਾ, ਆਪਾਂ ਨੂੰ ਇੱਥੇ ਪਹੁੰਚਣਾ ਅਲਫਾ ਹੀ ਚਾਹੀਦਾ ਸੀ, ਬਟ ਅਲਫਾ ਨਾ ਪਹੁੰਚ ਕੇ ਆਪਾਂ ਨੂੰ ਇੱਥੇ ਪਹੁੰਚਿਆ ਕਿ ਆਪਣੇ ਕੋਲੇ ਪਹੁੰਚ ਗਿਆ ਪ੍ਰੋਟੋਨ। ਨਾਓ ਦੀ ਪ੍ਰੋਬਲਮ ਇਜ਼ ਕਿ ਵਾਈ ਪ੍ਰੋਟੋਨ, ਹਾਊ ਅਲਫਾ ਕਨਵਰਟਡ ਇਟਸੈਲਫ ਇਨਟੂ ਅ ਪ੍ਰੋਟੋਨ। ਇਹ ਆਪਣੇ ਵਾਸਤੇ ਇੱਕ ਨਵੀਂ ਪहेਲੀ ਬਣ ਗਈ ਕਿ ਅਲਫਾ ਆਪਦੇ ਆਪ ਨੂੰ ਪ੍ਰੋਟੋਨ ਚ ਕਿਵੇਂ ਕਨਵਰਟ ਕੀਤਾ, ਕਿਉਂਕਿ ਅਲਫਾ ਸੋਚਿਆ ਜਾਵੇ ਤਾਂ ਇੱਕ ਨਿਊਕਲੀਅਸ ਹੈ ਜਿਹਦੇ ਕੋਲੇ 2 ਪ੍ਰੋਟੋਨ ਨੇ, ਉਸ ਵੇਲੇ ਉਹਨਾਂ ਨੂੰ ਲੱਗਦਾ ਸੀ ਵੀ ਸਿਰਫ 2 ਪ੍ਰੋਟੋਨ ਹੈ, ਬਟ ਐਕਚੁਅਲੀ ਚ ਇਹਦੇ ਕੋਲੇ 2 ਨਿਊਟਰੋਨ ਵੀ ਨੇ। ਤਾਂ ਇਹ ਹੋਇਆ ਕਿ ਇੱਥੇ ਜਾ ਕੇ ਇੱਥੇ ਕੁਝ ਰੇਡੀਏਸ਼ਨ ਆ ਗਈ ਐਂਡ ਵੀ ਡੋਨਟ ਨੋ ਵਾਟ ਦਿਸ ਰੇਡੀਏਸ਼ਨ ਇਜ਼। ਇਹ ਆਪਣੇ ਵਾਸਤੇ ਕੁਐਸਚਨ ਮਾਰਕ ਬਣ ਗਿਆ। ਤੇ ਚੈਡਵਿਕ ਨੇ ਜਦੋਂ ਇਸ ਉੱਤੇ ਹੋਰ ਐਕਸਪੈਰੀਮੈਂਟੇਸ਼ਨ ਕੀਤੀ, ਹੀ ਫਾਊਂਡ ਦੈਟ ਥੀਸ ਥਿੰਗਸ ਆਰ ਨਿਊਟਰੋਨਸ। ਇਹ ਨਿਊਟਰਲ ਨੇ। ਦੇਖੋ, in this experiment Chadwick found a new kind of radiation which shows no deflection in electric and magnetic field। electric magnetic field ਦੇ ਵਿੱਚ ਕੋਈ ਵੀ ਹੋਰ ਆਪਾਂ ਨੂੰ ਇਹਦੇ ਵਿੱਚ ਚੀਜ਼ ਨਹੀਂ ਮਿਲਦੀ, ਨਾ ਤਾਂ ਇਹ ਇਲੈਕਟ੍ਰਿਕ ਫੀਲਡ ਨੂੰ ਬਲਜ ਕਰਨ, ਨਾ ਮੈਗਨੈਟਿਕ ਫੀਲਡ ਚ ਗੋਲ ਘੁੰਮਣ, ਇਹਦੇ ਵਿੱਚ ਕੋਈ ਵੀ ਵੇਰੀਏਸ਼ਨ ਨਹੀਂ ਹੁੰਦੀ, ਬਟ ਇਹ ਰੇਡੀਏਸ਼ਨ ਤਾਂ ਹੈ ਹੀ। ਸੋ ਦੇ ਕਾਲਡ ਦਿਸ ਪਾਰਟੀਕਲ ਨਿਊਟਰਲ। ਤਾਂ ਉਸ ਤੋਂ ਇਹਨਾਂ ਨੇ ਨਾਮ ਦਿੱਤਾ ਨਿਊਟਰੋਨ। these particles are neutron, that is why they were called neutrons। ਪ੍ਰੋਟੋਨ ਮਤਲਬ ਪੋਜ਼ਿਟਿਵ, ਇਲੈਕਟ੍ਰੋਨ ਮਤਲਬ ਨੈਗੇਟਿਵ, ਤਾਂ ਆਪਾਂ ਨੂੰ ਇੱਥੇ ਨਿਊਟਰਲ ਸੀਗੇ ਤਾਂ ਇਹਨਾਂ ਨੂੰ ਲਿਖਤਾ ਇਹਨਾਂ ਨੇ ਨਿਊਟਰੋਨ। ਕੈਮੀਕਲ ਰਿਐਕਸ਼ਨ ਵੀ ਇਹਨਾਂ ਨੇ ਬਾਅਦ ਚੋਂ ਫਾਈਂਡ ਕੀਤਾ ਕਿ ਅਲਫਾ ਪਾਰਟੀਕਲ ਬਰੀਲੀਅਮ ਦੇ ਵਿੱਚ ਜਦੋਂ ਐਂਟਰ ਕੀਤਾ ਤਾਂ ਐਟ ਦਿਸ ਟਾਈਮ ਇੱਥੇ ਆਪਣੇ ਕੋਲੇ ਇੱਕ ਰਿਐਕਸ਼ਨ ਹੋਇਆ, ਇਹ ਕਾਰਬਨ ਦੇ ਵਿੱਚ ਕਨਵਰਟ ਹੋ ਗਏ ਤੇ ਆਪਣੇ ਕੋਲ ਇੱਥੋਂ ਦੀ ਨਿਊਟਰੋਨ ਪੈਦਾ ਹੋ ਗਿਆ। ਇਹ ਨਿਊਟਰੋਨ ਜਦੋਂ ਇੱਥੋਂ ਦੀ ਨਿਕਲਿਆ, ਇਹਨੇ ਫਿਰ ਪੈਰਾਫਿਨ ਸਲੈਬ ਦੇ ਵਿੱਚ ਜਾ ਕੇ ਅਟੈਕ ਕੀਤਾ। ਪੈਰਾਫਿਨ ਹੁੰਦੇ ਆ ਜਿਹੜੇ ਆਪਣੇ ਕੋਲੇ ਕਾਰਬਨ ਕੰਪਾਊਂਡਸ ਹੁੰਦੇ ਨਾ, ਕੈਮਿਸਟਰੀ ਤੁਸੀਂ ਪੜ੍ਹਦੇ ਹੋ ਬੇਟਾ, ਆਰਗੈਨਿਕ ਕੰਪਾਊਂਡ, ਇਹ ਉਹ ਹੁੰਦਾ। ਇਹਦੇ ਵਿੱਚ ਆਪਾਂ ਨੂੰ ਹਿੱਟ ਕੀਤਾ ਤੇ ਇੱਥੋਂ ਦੀ ਆਪਾਂ ਨੂੰ ਪ੍ਰੋਟੋਨ ਨਿਕਲਣ ਲੱਗ ਪਏ। ਇੱਥੋਂ ਦੀ ਆਪਾਂ ਨੂੰ ਪਤਾ ਲੱਗ ਗਿਆ ਕਿ ਆਹ ਆਪਣੇ ਕੋਲ ਜਿਹੜਾ ਇੱਕ ਪਾਰਟੀਕਲ ਸੀਗਾ, ਦਿਸ ਪਾਰਟੀਕਲ ਇਜ਼ ਨੋਨ ਐਜ਼ ਨਿਊਟਰੋਨ। ਤੇ ਨਿਊਟਰੋਨ ਨੂੰ ਆਪਾਂ ਪੁੱਤ ਐਂ ਲਿਖਦੇ ਹਾਂ, ਕੀ ਮਤਲਬ ਇਹਦਾ, ਨਿਊਟਰੋਨ ਦਾ ਮਾਸ 1 ਹੈ ਤੇ ਨਿਊਟਰੋਨ ਦਾ ਐਟੋਮਿਕ ਨੰਬਰ 0 ਹੈ। ਤਾਂ ਚਾਰਜ ਕਿੰਨਾ ਹੈ ਨਿਊਟਰੋਨ ਤੇ 0, ਤਾਂ ਐਟੋਮਿਕ ਨੰਬਰ 0 ਤੇ ਮਾਸ ਨੰਬਰ ਉਸ ਦਾ 1।
बच्चों गल क्लियर होगी? यस सर। ठीक है, आ गया न्यूट्रॉन। इदू बाद ਆਪਾਂ ਇੱਕ ਹੋਰ ਕੈਮੀਕਲ ਰਿਐਕਸ਼ਨ ਲੈ ਗਿਆ। ਦੇਖੋ ਬੇਟਾ ਇਹਦੇ ਚ ਨਾ ਸਮਝਣਾ ਕੁਝ ਨਹੀਂਗਾ, ਸਮਝਣਾ ਘੱਟ ਹੁੰਦਾ ਹੈ, ਰੱਟਾ ਜ਼ਿਆਦਾ ਮਾਰਨਾ ਹੈ। ਇਹ ਦੋ ਚੈਪਟਰਾਂ ਦੇ ਵਿੱਚ ਜ਼ਿਆਦਾਤਰ ਰੱਟਾ ਹੈ। ਹੁਣ ਜਿਵੇਂ ਆ ਕੈਮੀਕਲ ਰਿਐਕਸ਼ਨ ਹੈ, ਹੁਣ ਕੈਮੀਕਲ ਰਿਐਕਸ਼ਨ ਦੇ ਵਿੱਚ देयर इज नो लॉजिक। ਇਹ ਐ ਹੁੰਦਾ ਵੀ ਕਾਂਟ ਡੂ ਐਨੀਥਿੰਗ ਅਬਾਊਟ ਇਟ। ਤੁਹਾਨੂੰ ਇਹਦੇ ਚ ਰੱਟਾ ਮਾਰਨਾ ਹੀ ਪਏਗਾ। ਕਈ ਵਾਰ ਤਾਂ ਰੱਟਾ ਮਾਰਨਾ ਚੰਗੀ ਗੱਲ ਹੁੰਦੀ ਹੈ ਨਾ, ਆ ਹੈ ਉਹ ਚੰਗੀ ਗੱਲ। ਹੁਣ ਬੈਰੀਲੀਅਮ ਆਪਣੇ ਕੋਲੇ ਸੀਗਾ, ਇਹਦੇ ਵਿੱਚ ਤੁਸੀਂ ਜਦੋਂ ਇਹਨੂੰ ਪਾਇਆ ਆਪਣੇ ਕੋਲੇ ਕਾਰਬਨ ਬਣਨਾ ਚਾਹੀਦਾ। ਤੁਸੀਂ ਕੱਲ ਮੇਰੇ ਤੋਂ ਪੁੱਛੋਗੇ ਸਰ ਮੈਂ ਇਹਦੇ ਵਿੱਚ ਆਕਸੀਜਨ ਕਿਉਂ ਨਹੀਂ ਬਣਾ ਸਕਦਾ, ਮੈਂ ਇਹਦੇ ਵਿੱਚ ਨਿਊਟਰੋਨ ਕਿਉਂ ਨਹੀਂ ਬਣਾ ਸਕਦਾ। ਉਹ ਬਾਈ ਜੀ ਆਪਾਂ ਨਹੀਂ ਬਣਾਉਣਾ। ਕਿਉਂ ਨਹੀਂ ਬਣਾਉਣਾ? ਇਹ ਮਦਰ ਨੇਚਰ ਨੂੰ ਪਤਾ ਹੈ ਕਿ ਵਾਈ ਕਾਰਬਨ ਵਿਲ ਬਿਕਮ, ਵਾਈ ਕਾਰਬਨ ਵਿਲ only be generated, why there will be no nitrogen। ਇਹ ਆਪਣੇ ਇਹ ਬ੍ਰਹਮਾ ਨੂੰ ਪਤਾ ਹੈ, ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਆਪਾਂ ਨੂੰ ਨਹੀਂ ਪਤਾ। ਆਪਾਂ ਨੂੰ ਤਾਂ ਸਿਰਫ ਇੰਨੀ ਗੱਲ ਪਤਾ ਜੀ ਆ ਕੈਮੀਕਲ ਰਿਐਕਸ਼ਨ ਕਿਤਾਬ 'ਚ ਲਿਖਿਆ ਹੋਇਆ ਸੀ। ਓਪਨਲੀ ਕਹਿ ਰਿਹਾ ਮੈਂ ਤੁਹਾਨੂੰ, ਮੈਂ ਆਪਾਂ ਕੋਈ ਲਕੋਈ ਹੈ ਨਹੀਂਗਾ ਕਿ ਆਪਾਂ ਤੁਹਾਨੂੰ ਕਹੀਏ ਵੀ ਕਨਸੈਪਟ ਕੋ ਪਕੜੋ ਤਾਂ ਇਹ ਉਹ, ਜਿੱਥੇ ਰੱਟਾ ਮਾਰਨਾ, ਜਿੱਥੇ ਕਨਸੈਪਟ ਕੋ ਪਕੜੋ ਉੱਥੇ ਕਨਸੈਪਟ ਕੋ ਪਕੜੋ ਬੇਟਾ। ਚਲੋ ਹੁਣ ਆਪਣੇ ਆ ਰਿਐਕਸ਼ਨ ਬਹੁਤ ਇੰਪੋਰਟੈਂਟ ਹੈ ਬੇਟਾ। ਆਪਾਂ ਕਹਿੰਦੇ ਆ ਕਿ ਨਿਊਟਰੋਨ ਇਜ਼ ਅਨਸਟੇਬਲ। ਜਦੋਂ ਇਹ ਅਨਸਟੇਬਲ ਹੈ ਤਾਂ ਉਦੋਂ ਕੀ ਹੋਏਗਾ? ਇਹਨੇ ਪ੍ਰੋਟੋਨ ਬਣ ਜਾਣਾ। ਨਿਊਟਰੋਨ ਵਿਲ ਬਿਕਮ ਪ੍ਰੋਟੋਨ, one electron will be ejected, one new particle, this particle is known as antineutrino। ठीक है जी? हाँ बेटा बोलो। तो न्यूट्रॉन का मास 1 कैसे हुआ? बेटा न्यूट्रॉन का मास हम 1 नहीं लेके चलते। अब जैसे मान लो मैं जैसे बोलता हूँ हीलियम, हीलियम का एटॉमिक नंबर तो हैगा 2 ਤੇ एटॉमिक मास नंबर हैगा 4 है ना। तो 4 किवें ਹੁੰਦਾ है? 2 प्रोटॉन ਹੁੰਦੇ ਆ ਇਹਦੇ ਕੋਲੇ ਤੇ 2 न्यूट्रॉन ਹੁੰਦੇ ਆ। ऐसे नहीं हम कहते हम आइसोटोन, तुमने कल आंसर लिखा है आइसोटोन होता है कि जिनमें नंबर ऑफ न्यूट्रॉन्स आर इक्वल। सो नंबर ऑफ न्यूट्रॉन्स तो कितने होते हैं ना, तो एटॉमिक मास में इनका काउंट करते हैं हम। एटॉमिक मास इज इक्वल टू नंबर ऑफ प्रोटॉन प्लस नंबर ऑफ न्यूट्रॉन्स। ਇਹਦਾ मतलब ये है भी प्रोटॉन का भी 1 और न्यूट्रॉन का भी 1, और इलेक्ट्रॉन का तो हम मास काउंट करते ही नहीं। इलेक्ट्रॉन का कितना होता है? 0। तो इलेक्ट्रॉन को कैसे लिखा जाएगा? 0 -1। इलेक्ट्रॉन पे चार्ज कितना है? -1। और मास कितना है इलेक्ट्रॉन का? 0। सर रिपीट करो या अनस्टेबल वाला सारी मैं दसदा इक्वेशन। हाँ देखो ਜਿਹੜੇ ਆਪਣੇ ਕੋਲੇ ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਹੀਲੀਅਮ ਦੀ ਜੇ ਮੈਂ ਗੱਲ ਕਰਾਂ, 2 ਤਾਂ ਹੈਗੇ ਆ ਪ੍ਰੋਟੋਨ ਤੇ 2 ਹੈਗੇ ਆਪਣੇ ਕੋਲੇ न्यूट्रॉन। तो इसका एटॉमिक मास कितना हो गया? ਹੁਣ ਤੁਸੀਂ ਕਹੋਗੇ ਇਹਦਾ ਆਪਾਂ एटॉमिक मास ਆਪਾਂ ਪਤਾ ਕਰਨਾ। एटॉमिक मास 4 ਆ ਗਿਆ। ਕਿਵੇਂ ਆ ਗਿਆ? 2 प्रोटॉन 2 न्यूट्रॉन। न्यूट्रॉन ਦਾ मास 1, प्रोटॉन ਦਾ मास 1, टोटल मास कितना हो गया अपने कोले? 4। गल क्लियर? हाँ जी ठीक है। ਹੁਣ ਇਹਨੂੰ ਆਪਾਂ ਲਿਖਦੇ ਕਿਵੇਂ? ਇਹਨੂੰ ਆਪਾਂ ਐ ਲਿਖਦੇ ਆ ਪ੍ਰੋਟੋਨ, ਜਿਵੇਂ ਆਪਾਂ ਐਟਮ ਨਹੀਂ ਲਿਖਦੇ ਐਲੀਮੈਂਟ ਲਿਖਦੇ ਆ, ਇਹ ਜਮਾ ਉਵੇਂ ਲਿਖਿਆ ਜਾਂਦਾ ਹੈ। ਦੇਖੋ ਮੈਂ ਦੋਨੋਂ ਚੀਜ਼ਾਂ ਲਿਖ ਕੇ ਦਿਓ। ਪਹਿਲਾਂ ਆਪਾਂ ਇੱਕ ਐਲੀਮੈਂਟ ਲਿਖਦੇ ਆ, ਐਲੀਮੈਂਟ ਐਟੋਮਿਕ ਮਾਸ A ਤੇ ਉਹਦਾ ਐਟੋਮਿਕ ਨੰਬਰ Z। ਸੇਮ ਚੀਜ਼ ਆਪਾਂ ਹਰ ਜਗ੍ਹਾ ਤੇ ਲਾਉਣਾ। ਹੁਣ ਜਿਵੇਂ ਪ੍ਰੋਟੋਨ, ਤਾਂ ਪ੍ਰੋਟੋਨ ਜੇ ਮੰਨ ਲਓ 1 ਹੈ ਜਿਵੇਂ ਕਿ ਹਾਈਡਰੋਜਨ, ਤਾਂ ਉਹਦਾ ਐਟੋਮਿਕ ਮਾਸ ਕਿੰਨਾ, ਐਟੋਮਿਕ ਨੰਬਰ ਕਿੰਨਾ ਹੁੰਦਾ? 1 ਤੇ ਐਟੋਮਿਕ ਮਾਸ ਕਿੰਨਾ ਹੁੰਦਾ? 1। ਤਾਂ ਪ੍ਰੋਟੋਨ ਦਾ ਮਾਸ ਵੀ 1 ਤੇ ਐਟੋਮਿਕ ਨੰਬਰ ਵੀ 1, ਵੀ ਉਹਦੇ ਚਾਰਜ +1 ਹੈ ਨਾ। ਇਲੈਕਟ੍ਰੋਨ ਤੇ ਚਾਰਜ -1 ਤੇ ਮਾਸ ਇਹਦਾ ਹੈ ਨਹੀਂ। ਤੇ ਵਟ ਅਬਾਊਟ ਨਿਊਟਰੋਨ? ਨਿਊਟਰੋਨ ਤੇ ਚਾਰਜ ਹੈ ਨਹੀਂਗਾ ਤੇ ਮਾਸ ਆਪਾਂ 1 ਕਾਊਂਟ ਕਰਨਾ। ਬਹੁਤ ਸੌਖੀ ਚੀਜ਼ ਹੈ, ਇਹਨੂੰ ਆਪਾਂ ਸਿਰਫ ਲਿਖਣ ਦਾ ਢੰਗ ਹੈ ਵੀ ਆਹ ਕਿਵੇਂ ਜੇ ਲਿਖਿਆ। ਮੈਂ ਤੁਹਾਨੂੰ ਕਹਿ ਦਿਆਂ ਕਿ ਵੀ ਅਮਰਜੀਤ, ਦੂਜਾ ਮੈਂ ਕਹਿ ਦਿਆਂ ਕਿ ਰੋਲ ਨੰਬਰ 3, ਠੀਕ ਹੈ ਨਾ। ਉਹ ਕਹਿਣਗੇ ਯਾਰ ਤੁਸੀਂ ਰੋਲ ਨੰਬਰ 334, ਰੋਲ ਨੰਬਰ 35, ਕੀ ਮਤਲਬ ਹੈ? ਸਾਰਾ ਤੁਸੀਂ ਨਾਮ ਤੇ ਬੁਲਾ ਲਓ, ਉਹੀ ਗੱਲ ਹੈ। ਤਾਂ ਆਪਾਂ ਇਹਨੂੰ ਪ੍ਰੋਟੋਨ, ਆਪਾਂ ਨੂੰ ਪਤਾ ਹੈ ਕਿ ਪ੍ਰੋਟੋਨ ਦਾ ਮਾਸ 1 ਲੈਣਾ, ਪ੍ਰੋਟੋਨ ਦਾ ਚਾਰਜ ਵੀ 1 ਲੈਣਾ, ਤਾਂ ਆਪਾਂ ਪ੍ਰੋਟੋਨ ਨੂੰ ਐਂ ਲਿਖਾਂਗੇ, ਇਲੈਕਟ੍ਰੋਨ ਨੂੰ ਐਂ ਲਿਖਾਂਗੇ ਤੇ ਨਿਊਟਰੋਨ ਨੂੰ ਐਂ ਲਿਖਾਂਗੇ। ਗੱਲ ਕਲੀਅਰ ਹੋ ਗਈ ਬੇਟਾ? यस सर।
ਸਿੰਪਲ। ਹੁਣ ਮੈਂ ਤੁਹਾਨੂੰ ਲਿਖਦਾ, ਆਪਾਂ ਕੈਮੀਕਲ ਰਿਐਕਸ਼ਨ ਦੀ ਤਰਫ ਚੱਲਦੇ ਹਾਂ। ਤਾਂ ਕੈਮੀਕਲ ਰਿਐਕਸ਼ਨ ਜਿਹੜਾ ਆ ਆਪਣੇ ਕੋਲੇ ਅਨਸਟੇਬਲ ਵਾਲਾ ਕੈਮੀਕਲ ਰਿਐਕਸ਼ਨ ਹੈ, ਇਹ ਮੈਂ ਤੁਹਾਨੂੰ ਦੁਬਾਰਾ ਦੱਸਦਾ। ਹੁਣ ਇਸ ਤੇ ਧਿਆਨ ਦੇਣਾ ਤੁਸੀਂ ਬੇਟਾ, ਠੀਕ ਹੈ ਨਾ। ਹੁਣ ਦੇਖੋ ਆਪਣੇ ਕੋਲੇ ਜਿਹੜਾ ਨਿਊਟਰੋਨ ਹੈ ਨਾ, ਇਹ ਇਕੱਲਾ ਇੰਡੀਵਿਜੂਅਲ ਸਟੇਬਲ ਨਹੀਂ ਹੈ। ਇਹ ਨਿਊਕਲੀਅਸ ਦੇ ਵਿੱਚ ਜੇ ਹੋਵੇ ਤਾਂ ਸਟੇਬਲ ਹੈ। ਜਿਵੇਂ ਮੰਨ ਲਓ ਆਪਾਂ ਕਹਿੰਦੇ ਨਾ ਵੀ ਬੱਚਾ ਹੈ ਜੀ, ਅਜੇ ਤਾਂ ਇਹ ਘਰੇ ਜੇ ਹੋਵੇ ਤਾਂ ਵਧੀਆ ਹੈ, ਲੇਕਿਨ ਜੇ ਬਾਹਰ ਚਲਾ ਜਾਂਦਾ ਹੈ ਤਾਂ ਇਹਨੂੰ ਖਤਰਾ ਹੈ। ਉਹ ਵੀ ਆਪਣੇ ਕੋਲੇ ਨਿਊਟਰੋਨ ਹੈ। ਨਿਊਟਰੋਨ ਜੇ ਨਿਊਕਲੀਅਸ ਤੋਂ ਬਾਹਰ ਚਲਾ ਗਿਆ ਨਾ, ਤਾਂ ਨਿਊਟਰੋਨ ਸਟੇਬਲ ਨਹੀਂ ਰਹਿੰਦਾ, ਨਿਊਕਲੀਅਸ ਟੁੱਟ ਜਾਂਦਾ ਹੈ, ਡਿਸਟਰੋਏ ਹੋ ਜਾਂਦਾ ਹੈ। ਤਾਂ ਨਿਊਟਰੋਨ ਜਦੋਂ ਡਿਸਟਰੋਏ ਹੋਏਗਾ ਤਾਂ ਕੀ ਕੁਝ ਬਣੂਗਾ? ਆਪਣੇ ਕੋਲੇ ਇੱਕ ਚੀਜ਼ ਬਣ ਜੂਗੀ ਪ੍ਰੋਟੋਨ, ਇੱਕ ਬਣ ਜੂਗਾ ਇਲੈਕਟ੍ਰੋਨ। ਦੋ ਤਾਂ ਇਹ ਚੀਜ਼ਾਂ ਬਣਨਗੀਆਂ। ਹੁਣ ਤੁਸੀਂ ਦੇਖੋ, ਤੁਹਾਨੂੰ ਕੈਮਿਸਟਰੀ ਵਾਲੇ ਸਰ ਨੇ ਦੱਸਿਆ ਹੋਣਾ ਹੈ ਕਿ ਜਦੋਂ ਆਪਾਂ ਕੈਮੀਕਲ ਰਿਐਕਸ਼ਨ ਲਿਖਦੇ ਹਾਂ ਤਾਂ ਆ ਜਿਹੜੀਆਂ ਉੱਤੇ ਚੀਜ਼ਾਂ ਲਿਖੀਆਂ ਹੋਈਆਂ ਇਹਨਾਂ ਦਾ ਸਮ ਕਰ ਲਓ ਤਾਂ ਇਹਦੇ ਬਰਾਬਰ ਆਉਂਦਾ ਹੈ दोनों साइड। जिਵੇਂ कि 9 + 4 कितना होता है बेटा? अमरजीत 9 ਤੇ 4 13 13 ਇੱਥੇ 12 ਤੇ 1 ਨੂੰ ਐਡ ਕਰੋ 13 से ਇੱਥੇ ਆ ਐਡ ਕਰੋ। सुमित बेटा 2 + 4 कितना होता है? सुमित गाया। ਤੇ ਇੱਥੇ ਦੇਖੋ ਤੁਸੀਂ 6 + 0 ਕਿੰਨਾ ਹੋ ਗਿਆ? 6। ਇਹ ਜਿਹੜਾ ਪ੍ਰਿੰਸੀਪਲ ਹੈ ਇਹ ਕੈਮਿਸਟਰੀ 'ਚ ਹਰ ਜਗ੍ਹਾ ਤੇ ਕ੍ਰੀਏਟ ਹੁੰਦਾ ਹੈ, ਹਰ ਜਗ੍ਹਾ ਤੇ ਯੂਜ਼ ਹੁੰਦਾ ਹੈ ਬੇਟਾ, ਠੀਕ ਹੈ, ਹਰ ਜਗ੍ਹਾ ਤੇ ਯੂਜ਼ ਹੋਣਾ ਹੈ। ਹੁਣ ਤੁਸੀਂ ਇਹਨੂੰ ਇਹ ਵਾਲੀ ਰਿਐਕਸ਼ਨ ਦੇ ਵਿੱਚ ਲਗਾ ਕੇ ਦੇਖੋ ਕਿ ਇੱਥੇ ਵੀ ਯੂਜ਼ ਹੁੰਦਾ ਹੈ। ਹੁਣ ਆਪਣੇ ਕੋਲੇ ਆ ਸੀਗਾ 1, ਆ ਦੇਖੋ 1 + 0, ਇਹ ਤਾਂ ਆਪਣੇ ਕੋਲੇ ਐਂਟੀ ਨਿਊਟਰੀਨੋ ਹੈ, ਇਹ ਸਭ ਕੁਝ ਹੀ 0 ਹੁੰਦਾ ਹੈ। ਇੱਕ ਨਵਾਂ ਸਬ ਐਟੋਮਿਕ ਪਾਰਟੀਕਲ ਹੁੰਦਾ, ਮੈਂ ਤੁਹਾਨੂੰ ਇਹਦੇ ਬਾਰੇ ਬਾਅਦ ਚ ਦੱਸੂਗਾ। ਆ ਕਿਊ ਕੀ ਹੈ? ਕਿਊ ਦਾ ਮਤਲਬ ਹੈ ਹੀਟ ਜਨਰੇਟ ਹੋਊਗੀ, ਤਾਂ ਹੀਟ ਦਾ ਤਾਂ ਐਟੋਮਿਕ ਨੰਬਰ ਤੇ ਐਟੋਮਿਕ ਮਾਸ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹਨਾਂ ਦੋਵਾਂ ਦੀ ਆਪਾਂ ਗੱਲ ਬਾਅਦ ਚੋਂ ਕਰਾਂਗੇ, ਪਹਿਲਾਂ ਇੱਥੇ ਦੇਖ ਲਓ। ਹੁਣ ਆ ਦੇਖੋ 1 + 0 1, ਇੱਥੇ 1, ਹੁਣ ਇੱਥੇ ਆ ਗਿਆ 0। ਹੁਣ ਆ ਗਿਆ ਪ੍ਰੋਟੋਨ, ਤਾਂ ਆਪਣੇ ਕੋਲ ਇਲੈਕਟ੍ਰੋਨ ਵੀ ਤਾਂ ਬਣੂਗਾ -1, 1 ਤੇ -1 0 0, 1 ਤੇ -1 0। ਇਹਦਾ ਮਤਲਬ ਆ ਵੀ ਆ ਗਿਆ ਆਪਣੇ ਕੋਲੇ ਤੇ ਆ ਵੀ ਆ ਗਿਆ ਆਪਣੇ ਕੋਲ। ਆ ਦੋਨੋਂ ਚੀਜ਼ਾਂ ਆਪਣੇ ਕੋਲੇ ਰਿਲੇਟ ਹੋ ਗਈਆਂ। ਹੁਣ ਤੁਸੀਂ ਦੇਖੋ, ਹੁਣ ਆ ਤਾਂ ਆਪਾਂ ਨੂੰ ਕਲੀਅਰ ਹੋ ਗਿਆ ਕਿ ਬਈ ਜਿਹੜਾ ਨਿਊਕਲੀਅਸ ਨਿਊਟਰੋਨ ਸੀਗਾ ਇਹ ਆਪਣੇ ਕੋਲੇ ਪ੍ਰੋਟੋਨ ਤੇ ਆ ਬਣ ਜਾਊਗਾ, ਇਹ ਤਾਂ ਗੱਲ ਕਲੀਅਰ ਹੈ। ਹੁਣ ਤੁਸੀਂ ਦੇਖੋ ਐਂਟੀ ਨਿਊਟਰੀਨੋ ਤੇ ਇਹ ਤੇ ਜਿਹੜਾ ਐਂਟੀ ਨਿਊਟਰੀਨੋ ਹੈ ਨਾ ਬੇਟਾ, ਇਹਨੂੰ ਆਪਾਂ ਐਂ ਲਿਖਦੇ ਆ ਨਿਊ ਦੇ ਉੱਤੇ ਬਾਰ, ਦਿਸ ਇਜ਼ ਐਂਟੀ ਨਿਊਟਰੀਨੋ। ਬਾਲੀ ਡਿਟੇਲ ਚ ਨਹੀਂ ਜਾਣਾ ਆਪਾਂ, ਸਿਰਫ ਇਹ ਗੱਲ ਯਾਦ ਰੱਖਣੀ ਹੈ ਕਿ ਦਿਸ ਇਜ਼ ਐਂਟੀ ਨਿਊਟਰੀਨੋ। ਆਪਾਂ ਨੂੰ ਬਾਲਾ ਇਹ ਤਾਂ ਤੁਹਾਨੂੰ ਸਿਰਫ ਕਾਈਂਡ ਆਫ ਜਨਰਲ ਨੌਲੇਜ ਵਾਸਤੇ ਦੱਸ ਰਿਹਾ ਬੇਟਾ। ਇਹਦੇ ਵਿੱਚੋਂ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਇੱਕ ਵੀ ਚੀਜ਼ ਕੁਐਸਚਨ ਪੇਪਰ ਚ ਨਹੀਂ ਆਣੀ, ਠੀਕ ਹੈ ਨਾ। ਇਹ ਆ ਗਿਆ ਐਂਟੀ ਨਿਊਟਰੀਨੋ ਤੇ ਇਹ ਆ ਗਿਆ ਆਪਣੇ ਕੋਲੇ ਹੀਟ। ਐਂਟੀ ਨਿਊਟਰੀਨੋ ਇਜ਼ ਆਲਸੋ ਵਨ ਆਫ ਦੀ ਸਬ ਐਟੋਮਿਕ ਪਾਰਟੀਕਲਸ ਜਿਹੜੇ ਬਾਅਦ ਚੋਂ ਕਦੇ ਆਇਡੈਂਟੀਫਾਈ ਹੋਏ ਕਿ ਯਾਰ ਐਂਟੀ ਨਿਊਟਰੀਨੋ ਵੀ ਨਿਕਲ ਜਾਂਦਾ ਹੈ, ਤੇ ਇੱਕ ਹੋਰ ਪਾਰਟੀਕਲ ਮਿਲ ਗਿਆ, ਇੱਕ ਹੋਰ ਪਾਰਟੀਕਲ ਮਿਲ ਗਿਆ, ਐਂ ਕਰਕੇ ਆਪਾਂ ਨੂੰ ਰੋਜ਼ਮर्रा ਨਵਾਂ ਪਾਰਟੀਕਲ ਮਿਲ ਜਾਂਦਾ, ਠੀਕ ਹੈ ਨਾ। ਰੱਬ ਅਨੰਤ ਹੈ, ਉਹ ਨਹੀਂ ਮੁੱਕਦਾ ਪਿਆ। ਤਾਂ ਹੁਣ ਆਪਣੇ ਕੋਲ ਆ ਚੀਜ਼ ਆ ਗਈ, ਤਾਂ ਇਹ ਆ ਗਿਆ ਆਪਣੇ ਕੋਲ ਆ, ਤਾਂ ਨਾਈਟ੍ਰੋਜਨ ਇਜ਼ ਅਨਸਟੇਬਲ। ਆ ਰਿਐਕਸ਼ਨ ਤੁਸੀਂ ਯਾਦ ਕਰ ਲੈਣਾ ਹੈ, ਰੱਟਾ ਮਾਰ ਲੈਣਾ ਇਹਦਾ। ਇਹਦੇ ਇਲਾਵਾ ਤੁਹਾਨੂੰ ਇੱਥੇ ਹੋਰ ਕੁਝ ਨਹੀਂ ਚਾਹੀਦਾ, ਯੂ ਡੋਂਟ ਨੀਡ ਐਨੀ ਅਦਰ ਥਿੰਗ। ਚਲੋ ਇਦੋਂ ਅੱਗੇ ਚੱਲਦੇ ਆ ਬੇਟਾ। ਕੋਈ ਪ੍ਰੋਬਲਮ ਤਾਂ ਦੱਸੋ। नो सर। चलो यार ये सारे नहीं आते, इन्ने आते, ठीक है। ਹੁਣ ਦੇਖਦੇ ਆ ਆਪਾਂ ਅੱਗੇ। ਹੁਣ ਦੇਖਦੇ ਆ ਜੀ ਕੰਪੋਜੀਸ਼ਨ ਆਫ ਨਿਊਕਲੀਅਸ। ਨਾਓ ਵਾਟ ਇਜ਼ ਕੰਪੋਜੀਸ਼ਨ ਆਫ ਨਿਊਕਲੀਅਸ? ਇਹ ਤਾਂ ਤੁਹਾਨੂੰ ਪਤਾ ਹੀ ਹੈ, ਇੱਥੋਂ ਦੀ ਤੁਹਾਡਾ ਚੈਪਟਰ ਸ਼ੁਰੂ ਹੁੰਦਾ ਬੇਟਾ। The nucleus contains not only protons but also neutrons. Atomic number is Z, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਰਾਤਾ। Atomic mass is A. Atomic mass ਨੂੰ ਆਪਾਂ ਕਿਵੇਂ ਲਿਖਾਂਗੇ? Number of proton plus number of neutron is atomic mass. Atomic number Z is equal to number of proton which is also equal to number of electrons revolving around it. ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈ? नहीं सर। नो सर। ਦੇਖੋ ਹੁਣ ਆਪਣੇ ਕੋਲੇ ਕਿੰਨੀ ਤਰ੍ਹਾਂ ਦੇ ਹੁੰਦੇ ਆ? ਆਈਸੋਟੋਪ, ਆਈਸੋਬਾਰ, ਆਈਸੋਟੋਨ ਤੇ ਆਈਸੋਮਰ। ਹੁਣ ਕੱਲ ਮੈਂ ਇੱਕ ਕੁਐਸਚਨ ਪਾਤਾ ਸੀਗਾ ਕਿ ਵਟ ਆਰ ਆਈਸੋਟੋਨਸ, ਠੀਕ ਹੈ। ਉਹ ਇੱਥੋਂ ਦੀ ਪਿਆ ਸੀ ਕੁਐਸਚਨ, ਉਹ ਮੇਰੇ ਦਿਮਾਗ 'ਚ ਰਹਿ ਗਿਆ ਕਿ ਪਰਹੈਪਸ ਮੈਂ ਤੁਹਾਨੂੰ ਸ਼ਾਇਦ ਕਰਵਾਤਾ, ਬਟ ਐਕਚੁਅਲੀ ਨਹੀਂ ਕਰਵਾਇਆ ਸੀ, ਜਿਹਦੇ ਕਰਕੇ ਤੁਹਾਨੂੰ ਮੈਂ ਗ੍ਰੇਸ ਨੰਬਰ ਵੀ ਦਿੱਤੇ ਆ। ਹੁਣ ਆਪਾਂ ਇਹਨੂੰ ਸਟੱਡੀ ਕਰਦੇ ਹਾਂ। ਵਟ ਆਰ ਆਈਸੋਟੋਪਸ? ਦੇਖੋ ਆਈਸੋਟੋਪ ਕੀ ਹੁੰਦੇ ਆ? देयर आर
say isotope are those nucleus या those elements which have same number of atomic number but different atomic mass. atomic mass ਆਪਣੇ ਕੋਲ different ਹੋਣਾ ਚਾਹੀਦਾ ਹੈ but atomic number ਆਪਣਾ same ਹੋਣਾ ਚਾਹੀਦਾ ਹੈ। ਤਾਂ ਆਪਾਂ ਜਿਵੇਂ ਆਪਣੇ ਕੋਲ ਆ ਗਿਆ ਲਿਥੀਅਮ, ਇਹ ਲਿਥੀਅਮ ਦੇ ਤੁਸੀਂ ਦੇਖੋ ਆ ਦੇਖ ਲੈਂਦੇ ਆਪਾਂ ਹਾਈਡਰੋਜਨ, ਇਹ ਬਹੁਤ ਵਧੀਆ, ਇਹਨੂੰ ਆਪਾਂ ਕਹਿੰਦੇ ਆ ਜੀ ਹਾਈਡਰੋਜਨ, ਇਹਨੂੰ ਆਪਾਂ ਕੀ ਕਹਿੰਦੇ ਆ deuterium, and this is known as tritium। ਤਾਂ ਬੇਸਿਕਲੀ ਇਹ ਤਿੰਨ ਚੀਜ਼ਾਂ ਹੈ ਕੀ, ਦੇਖੋ ਹਾਈਡਰੋਜਨ, ਡਿਊਟੀਰੀਅਮ ਤੇ ਟ੍ਰੀਟੀਅਮ, these are 3 isotopes of hydrogen। ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਸਿਰਫ ਤੇ ਸਿਰਫ ਨੰਬਰ ਆਫ ਨਿਊਟਰੋਨਸ ਅਲੱਗ-ਅਲੱਗ ਹੁੰਦੇ ਆ, ਨੰਬਰ ਆਫ ਪ੍ਰੋਟੋਨ ਆਪਣੇ ਕੋਲੇ ਸੇਮ ਹੁੰਦਾ ਹੈ। ਨੰਬਰ ਆਫ ਪ੍ਰੋਟੋਨ ਤਾਂ ਆਪਣੇ ਕੋਲੇ ਐਟੋਮਿਕ ਨੰਬਰ ਨਾਲ ਆਊਗਾ ਨਾ, ਐਟੋਮਿਕ ਨੰਬਰ ਇਹਦਾ ਵੀ 1 ਹੈ, ਇਹਦਾ ਵੀ 1 ਹੈ, ਇਹਦਾ ਵੀ 1 ਹੈ। ਮਤਲਬ ਜੇ ਮੈਂ ਇਹਨਾਂ ਦਾ ਸਟਰਕਚਰ ਡਰਾ ਕਰਾਂ ਤਾਂ ਕਿਸ ਤਰ੍ਹਾਂ ਦਾ ਹੋਏਗਾ। ਹਾਈਡਰੋਜਨ ਦਾ ਦੇਖੋ, ਹਾਈਡਰੋਜਨ ਦੇ ਕੋਲ ਤਾਂ ਸਿਰਫ ਇੱਕੋ ਹੀ ਪ੍ਰੋਟੋਨ ਹੋਊਗਾ, ਨਿਊਟਰੋਨ ਹੀ ਹੈ ਨਹੀਂ, ਇੱਕ ਪ੍ਰੋਟੋਨ ਤੇ ਇੱਕ ਇਲੈਕਟ੍ਰੋਨ। this is hydrogen। and what about deuterium, ਦੋ ਆਪਣੇ ਕੋਲੇ ਆਣਗੇ, ਦੋ ਤਾਂ ਦੋ ਵੀ ਨਹੀਂ ਆਣਗੇ, ਇੱਕ ਨਿਊਟਰੋਨ ਆਊਗਾ, ਇੱਕ ਆਊਗਾ ਇਹਦੇ ਨਾਲ ਨਿਊਟਰੋਨ, ਠੀਕ ਹੈ। ਤੇ ਇਹਦੇ ਅਰਾਊਂਡ ਇਲੈਕਟ੍ਰੋਨ ਕਿੰਨੇ ਹੋਣਗੇ, ਇੱਕ, ਇਲੈਕਟ੍ਰੋਨ ਇੱਕੋ ਹੀ ਹੈ, ਠੀਕ ਹੈ। ਤੀਸਰੀ ਚੀਜ਼ ਹੈਗੀ ਆਪਣੇ ਕੋਲੇ ਟ੍ਰੀਟੀਅਮ। ਹੁਣ ਟ੍ਰੀਟੀਅਮ ਦੇ ਵਿੱਚ ਕੀ ਹੈ ਆਪਣੇ ਕੋਲ, ਪ੍ਰੋਟੋਨ ਤਾਂ ਹਜੇ ਵੀ ਆਪਣੇ ਕੋਲ ਇੱਕੋ ਹੀ ਹੈ, ਲੇਕਿਨ ਇਹਦੇ ਵਿੱਚ ਆਪਣੇ ਕੋਲੇ ਨਾਈਟ੍ਰੋਜਨ ਨਿਊਟਰੋਨ ਜਿਹੜਾ ਹੈ ਇਹ ਆਪਣੇ ਕੋਲੇ ਦੋ ਨੇ, ਇਹ ਆਪਣੇ ਕੋਲੇ ਦੋ ਆ ਗਏ। ਤੇ ਪ੍ਰੋਟੋਨ ਕਿੰਨਾ ਹੈ, ਪ੍ਰੋਟੋਨ ਆਪਣੇ ਕੋਲੇ ਇੱਕੋ ਹੀ ਹੈ, ਤੇ ਇਲੈਕਟ੍ਰੋਨ ਕਿੰਨਾ ਹੈ, ਇਲੈਕਟ੍ਰੋਨ ਵੀ ਇੱਕ ਹੈ, ਠੀਕ ਹੈ ਬੇਟਾ, ਠੀਕ ਹੈ ਨਾ। ਆ ਗਿਆ ਇਲੈਕਟ੍ਰੋਨ। ਸਰ ਫਿਰ ਮਾਸ ਨੰਬਰ 1 ਕੋ ਲੈਣੇ ਆ ਸਰ ਹਾਈਡਰੋਜਨ ਦਾ ਹੀ। बेटा हाइड्रोजन का मास नंबर 1 लवांगे क्योंकि ਇਹਦੇ ਕੋਲੇ ਪ੍ਰੋਟੋਨ ਇੱਕੋ ਹੀ ਹੈ। ਦੱਸੋ ਇੱਥੇ ਪ੍ਰੋਟੋਨ ਕਿੰਨੇ ਆ, ਆ ਹਾਈਡਰੋਜਨ ਹੈ, ਹਾਈਡਰੋਜਨ ਕੋਲੇ ਪ੍ਰੋਟੋਨ ਦੱਸੋ ਕਿੰਨੇ ਆ, ਨਿਊਕਲੀਅਸ ਸਰ ਕੀ ਕੁਝ ਐਟੋਮਿਕ ਮਾਸ ਹਮੇਸ਼ਾ 1 ਹੀ ਲੈਣੇ ਆ ਸਰ, ਤਾਂ ਕਰਕੇ। बेटा ਹਾਈਡਰੋਜਨ ਦਾ 1 ਲਵਾਂਗੇ, ਆ ਡਿਊਟੀਰੀਅਮ ਹੈ, ਡਿਊਟੀਰੀਅਮ ਦਾ 2 ਲਵਾਂਗੇ ਕਿਉਂਕਿ ਇਹਦੇ ਚ ਨਿਊਕਲੀਅਸ ਕਿੰਨਾ ਕੁਝ ਹੋ ਗਿਆ, 2 ਹੋ ਗਿਆ ਨਾ, ਦੇਖ। ਹਾਂਜੀ ਸਰ। ਇੱਥੇ ਆਪਣੇ ਕੋਲੇ ਟ੍ਰੀਟੀਅਮ ਹੈ, ਇਹਨੂੰ ਆਪਾਂ ਹਾਈਡਰੋਜਨ ਨਹੀਂ ਕਹਿੰਦੇ ਲੇਕਿਨ ਲਿਖਦੇ ਆ ਹਾਈਡਰੋਜਨ ਵਾਂਗੂ ਆਏ। ਆ ਟ੍ਰੀਟੀਅਮ ਹੈ, ਇਹ ਇਸ ਦਾ ਅਲੱਗ ਆਈਸੋਟੋਪ ਹੈ, ਠੀਕ ਹੈ, ਠੀਕ ਹੈ ਨਾ। ਇਹ ਹੋ ਗਿਆ ਆਪਣੇ ਕੋਲੇ ਹਾਈਡਰੋਜਨ ਜਿਹਦੇ ਵਿੱਚ ਸਿਰਫ ਇੱਕੋ ਹੀ ਪ੍ਰੋਟੋਨ ਹੈ, ਇਹਨੂੰ ਆਪਾਂ ਕਹਿੰਦੇ ਆ ਹਾਈਡਰੋਜਨ। ਆ ਹੈ ਹਾਈਡਰੋਜਨ ਪ੍ਰੋਪਰ, लेकिन आइसोटोप भी है, ये भी मिलते हैं बाजार च, मतलब नेचर में, प्रकृति में ये भी पाए जाते हैं। तो आ हो गया अपने को ड्यूटीरियम, आ हो गया अपने को ट्रीटियम। तो ड्यूटीरियम दे विच अपने को इत्थे एक न्यूट्रॉन आ जाता है, ट्रीटियम दे विच अपने को 2 न्यूट्रॉन आ जाते हैं इत्थे, तो जिहदे करके दा मास हो गया 3। हुण तुसीं देखो हाइड्रोजन आपां आ चीज तां 1 ही लिखी है ना, आ तां 1 ही लिखी हुई है ना। ਇਹਦਾ ਕੀ ਮਤਲਬ ਹੈ, ਐਟੋਮਿਕ ਨੰਬਰ 1 मतलब नंबर ऑफ प्रोटॉन कितने हो गए 1, मतलब नंबर ऑफ इलेक्ट्रॉन कितने हो गए, नंबर ऑफ न्यूट्रॉन्स वेरिएबल। सो दिस इज आइसोटोप। तो इन्हां नूं आपां आइसोटोप कहते हैं। आर सेम एटॉमिक नंबर पर डिफरेंट एटॉमिक मास। जेड़ा सोना है ना गोल्ड हैज 32 आइसोटोप्स, 32 आइसोटोप्स ने गोल्ड दे। 173 तो लैके 204 तक अपने को वेरिएशन मिलती है इस तरह की, लेकिन एटॉमिक नंबर सेम रहूगा। जो एटॉमिक नंबर चेंज हो गया तो गोल्ड की प्रॉपर्टीज चेंज हो जाती हैं, वो थोड़ा सोना नहीं रहना, वो कुछ और बन जाऊगा। जे ਉਹਦੇ ਵਿੱਚ ਆਪਾਂ ਨੇ ਪ੍ਰੋਟੋਨ ਐਡ ਕਰਤਾ ਜਾਂ ਘਟਾਤਾ ਤਾਂ ਆਪਣੇ ਕੋਲੇ ਗੜਬੜ ਹੋ ਗਈ। ਤਾਂ ਪ੍ਰੋਟੋਨ ਨਹੀਂ ਆਪਾਂ ਚੇਂਜ ਕਰਨਾ, ਲੇਕਿਨ ਸਿਰਫ ਤੇ ਸਿਰਫ ਆਪਾਂ ਇਹ ਚੀਜ਼ ਚੇਂਜ ਕਰਨੀ ਹੈ। ਗੱਲ ਕਲੀਅਰ। ਐਗਜ਼ਾਮਪਲ ਲਿਖਿਆ, ਹਾਈਡਰੋਜਨ ਦੇ ਕਿੰਨੇ ਆਈਸੋਟੋਪ ਹੈ 3, ਲਿਥੀਅਮ ਦੇ ਕਿੰਨੇ ਹੈ 2। ਇਹ ਇਸ ਤਰ੍ਹਾਂ ਪ੍ਰਕਿਰਤੀ ਬਹੁਤ ਤਰ੍ਹਾਂ ਦੀ ਹੈ ਬੇਟਾ, ਰੱਬ ਦੇ ਬਹੁਤ ਸਾਰੇ ਰੂਪ ਨੇ। ਜਿਵੇਂ ਜਿਵੇਂ ਬੰਦਾ ਵੱਡਾ ਹੋਈ ਜਾਂਦਾ ਹੈ ਇਹ ਚੀਜ਼ਾਂ ਡਿਸਕਵਰ ਹੋ ਜਾਂਦੀਆਂ ਨੇ, ਫਿਰ ਬੰਦਾ ਸੋਚਦਾ ਓਹੋ ਯਾਰ ਆ ਵੀ ਹੈ, ਓਹੋ ਯਾਰ ਆ ਵੀ ਹੈ। ਹੁਣ ਤੁਸੀਂ ਦੇਖ ਲਓ
ਜਦੋਂ ਮੈਂ 10ਵੀਂ ਚ ਹੁੰਦਾ ਸੀ ਨਾ, ਜਿਹੜੇ ਸਾਨੂੰ ਐਗਜ਼ਾਮਪਲ ਦੱਸਦੇ ਹੁੰਦੇ ਸੀ ਅੱਜ ਕੱਲ ਉਹ ਨਹੀਂ ਦੱਸੇ ਜਾਂਦੇ। ਚੀਜ਼ਾਂ ਚੇਂਜ ਹੋ ਗਈਆਂ। ਜਦੋਂ ਤੁਸੀਂ ਵੱਡੇ ਹੋ ਜਾਓਗੇ, ਜੇ ਤੁਸੀਂ ਮੰਨ ਲਓ ਅੱਗੇ ਟੀਚਰ ਬਣ ਗਿਆ ਕੋਈ ਤੇ ਉਹ ਪੜਾਉਣ ਲੱਗ ਗਿਆ, ਤੁਸੀਂ ਕਹੋਗੇ ਸਰ ਅਸੀਂ ਨਹੀਂ ਕਦੇ ਟੀਚਰ। ਬਟ ਐਨੀਵੇਜ਼, ਜੇ ਕਦੇ ਰੱਬ ਨੇ ਮਤਲਬ ਧੱਕੇ ਨਾਲ ਤੁਹਾਨੂੰ ਟੀਚਰ ਬਣਾਤਾ, ਤੇ ਫਿਰ ਜਦੋਂ ਤੁਸੀਂ ਪੜਾਓਗੇ ਨਾ, ਜਦੋਂ 10ਵੀਂ ਦੇ ਬੱਚਿਆਂ ਨੂੰ, ਤੁਹਾਨੂੰ ਪਤਾ ਲੱਗੂਗਾ ਕਿ ਯਾਰ ਅਸੀਂ ਕੁਝ ਹੋਰ ਪੜਿਆ ਸੀ, ਇਹਨਾਂ ਨੂੰ ਅਸੀਂ ਕੁਝ ਹੋਰ ਪੜਾਈ ਜਾਂਦੇ ਆ, ਪਤਾ ਹੀ ਨਹੀਂ ਕੀ ਹੋ ਜਾਂਦਾ। ਇਸ ਤਰ੍ਹਾਂ ਦੁਨੀਆ ਬਦਲਦੀ ਹੈ। ਠੀਕ ਹੈ ਨਾ ਬੇਟਾ ਜੀ, ਆਈਸੋਟੋਪ ਕਲੀਅਰ ਹੋ ਗਿਆ? ਦੱਸੋ, ਕੋਈ ਡਾਊਟ ਹੈ ਤਾਂ ਦੱਸੋ। नो सर। ਸਕਰੀਨਸ਼ਾਟ ਲੈ ਲਓ ਜੇ ਲੈਣਾ ਤਾਂ। ਠੀਕ ਹੈ, ਚਲੋ ਹੁਣ ਇਹ ਤੋਂ ਅੱਗੇ ਦੇਖਦੇ ਹਾਂ। ਹੁਣ ਆ ਗਿਆ ਆਪਣੇ ਕੋਲੇ ਨੈਕਸਟ, ਤਾਂ ਨੈਕਸਟ ਆ ਗਿਆ ਆਈਸੋਬਾਰ। ਆਈਸੋਬਾਰ ਕੀ ਹੁੰਦਾ? ਹੁਣ ਸੇਮ ਅਟੋਮਿਕ ਮਾਸ ਬਟ ਡਿਫਰੈਂਟ ਅਟੋਮਿਕ ਨੰਬਰ। ਹੁਣ ਮਾਸ ਆਪਣਾ ਸੇਮ ਰਹਿ ਜੇ ਤੇ ਨੰਬਰ ਚੇਂਜ ਹੋ ਜੇ, ਅਟੋਮਿਕ ਨੰਬਰ ਚੇਂਜ ਹੋ ਜੇ। ਠੀਕ ਹੈ ਨਾ, ਤਾਂ ਅਟੋਮਿਕ ਨੰਬਰ ਕਿਵੇਂ ਚੇਂਜ ਹੋਏਗਾ? ਆ ਸੀ ਆਪਣੇ ਕੋਲੇ 17 ਹੋ ਗਿਆ, ਇਹ 16 ਹੋ ਗਿਆ। ਅਟੋਮਿਕ ਨੰਬਰ ਚੇਂਜ ਹੋ ਜਾਊਗਾ ਨਾ, ਤਾਂ ਆਪਾਂ ਕਵਾਂਗੇ ਜੀ ਆਪਣੇ ਕੋਲੇ ਐਲੀਮੈਂਟ ਚੇਂਜ ਹੋ ਗਿਆ। ਇੱਕ ਐਲੀਮੈਂਟ ਦੀ ਪਹਿਚਾਨ ਉਸ ਦਾ ਅਟੋਮਿਕ ਨੰਬਰ ਹੈ। ਜੇ ਮੇਰੇ ਕੋਲੇ ਕਲੋਰੀਨ ਸੀਗਾ ਤੇ ਕਲੋਰੀਨ ਸੀਗਾ 17 ਤੇ 37, ਤੇ ਕੱਲ ਮੈਨੇ ਕੀਤਾ ਇਹਦੇ ਵਿੱਚ ਇੱਕ ਪ੍ਰੋਟੋਨ ਐਡ ਕਰਤਾ, ਇੱਕ ਪ੍ਰੋਟੋਨ ਐਡ ਕੀਤਾ, ਠੀਕ ਹੈ, ਤੇ ਆਪਣੇ ਕੋਲੇ ਇਹ ਬਣ ਗਿਆ ਸਲਫਰ। ਨਹੀਂ ਐਡ ਨਹੀਂ ਕੀਤਾ, ਸਬਸਟ੍ਰੈਕਟ ਕੀਤਾ, ਚਲੋ ਐਨੀਵੇਜ਼ ਜੋ ਕੁਝ ਵੀ ਕੀਤਾ ਆਪਾਂ ਨੇ ਇਹਦੇ ਵਿੱਚੋਂ ਇੱਕ ਪ੍ਰੋਟੋਨ ਕੱਢ ਲਿਆ, ਠੀਕ ਹੈ, ਤੇ ਇਹਦਾ ਅਟੋਮਿਕ ਮਾਸ ਆਪਾਂ ਸੇਮ ਰੱਖ ਲਿਆ। ਤਾਂ ਤੁਸੀਂ ਇਹ ਦੇਖੋ ਵੀ ਆ ਜਦੋਂ ਅਟੋਮਿਕ ਨੰਬਰ ਜੇ ਚੇਂਜ ਹੋ ਗਿਆ ਨਾ, ਤਾਂ ਆਪਣੇ ਵਾਸਤੇ ਉਹ ਐਲੀਮੈਂਟ ਚੇਂਜ ਹੋ ਗਿਆ, ਉਹ ਬੰਦਾ ਚੇਂਜ ਹੋ ਗਿਆ ਬਾਈ, ਉਹ ਬੰਦਾ ਹੀ ਬਦਲ ਗਿਆ। ਠੀਕ ਹੈ ਨਾ, ਅਮਰਜੀਤ ਸੀਗਾ ਉਹ ਆਰੀਅਨ ਚ ਕਨਵਰਟ ਹੋ ਗਿਆ। ਠੀਕ ਹੈ ਨਾ, ਤਾਂ ਇਹ 17 ਜਿਹੜਾ ਹੈ ਆਪਣੇ ਕੋਲੇ ਉਹ ਚੇਂਜ ਹੋ ਗਿਆ 16 ਨੰਬਰ ਚ ਚਲਾ ਗਿਆ। ਆ ਜਿਹੜੀ ਅਟੋਮਿਕ ਨੰਬਰ ਦੇ ਚੇਂਜ ਹੋਣ ਨਾਲ ਇਹਦਾ ਅਟੋਮਿਕ ਐਲੀਮੈਂਟ ਚੇਂਜ ਹੋ ਗਿਆ। ਪਹਿਲਾਂ ਕਲੋਰੀਨ ਸੀ, ਅੱਜ ਸਲਫਰ ਬਣ ਗਿਆ। ਸੋ देयर इज अ कंप्लीट डिफरेंस बिटवीन दीज टू। ਚਾਹੇ ਇਹਦਾ ਅਟੋਮਿਕ ਮਾਸ ਨਹੀਂ ਚੇਂਜ ਹੋਇਆ, ਬਟ ਫਿਰ ਵੀ ਆਪਾਂ ਕਹਿੰਦਾ ਜੀ ਸਾਡੇ ਵਾਸਤੇ ਤਾਂ ਐਲੀਮੈਂਟ ਚੇਂਜ ਹੋ ਚੁੱਕਿਆ, ਐਲੀਮੈਂਟ ਦੀ ਪ੍ਰੋਪਰਟੀ ਚੇਂਜ ਹੋ ਗਈ। ਪਹਿਲਾਂ ਕਲੋਰੀਨ ਸੀ, ਹੁਣ ਸਲਫਰ ਹੈ। ਸਲਫਰ ਔਰੇਂਜ ਕਲਰ ਦਾ ਹੁੰਦਾ ਹੈ, ਕਲੋਰੀਨ ਕਿਸੇ ਹੋਰ ਕਲਰ ਦੀ ਹੁੰਦੀ ਹੈ, ਕਲਰ ਹੀ ਚੇਂਜ ਹੋ ਗਿਆ, ਐਵਰੀਥਿੰਗ ਇਜ਼ ਚੇਂਜਡ। ਤਾਂ ਆਈਸੋਬਾਰ ਇਹ ਜਿਹੜਾ ਹੈ ਉਹ ਬੜੇ ਅਲੱਗ ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਮਟੀਰੀਅਲ ਹੁੰਦਾ। ਠੀਕ ਹੈ, ਤਾਂ ਇਹਦੀ ਆਪਾਂ ਨੂੰ ਪ੍ਰੋਪਰਟੀ ਆਪਣੇ ਕੋਲੇ ਆਈਸੋਬਾਰਸ ਦੀ ਆ ਗਈ ਕਿ ਅਟੋਮਿਕ ਮਾਸ ਸ਼ੁੱਡ ਬੀ ਸੇਮ, ਅਟੋਮਿਕ ਮਾਸ ਇਜ਼ ਸੇਮ। ਇਹਦੇ ਯਾਦ ਕਰਨੇ ਪੈਣਗੇ ਬੇਟਾ, ਆ ਤੁਸੀਂ ਸਾਰੇ ਯਾਦ ਕਰਨੇ ਆ ਐਗਜ਼ਾਮਪਲਸ। ਤੁਹਾਨੂੰ ਉੱਥੇ ਡੈਫੀਨੇਸ਼ਨਸ ਤੇ ਆ ਸਕਦੀਆਂ ਬੜੇ ਪਿਆਰ ਨਾਲ ਕਿ ਵਟ ਆਰ ਆਈਸੋਬਾਰਸ, ਗਿਵ 2 ਐਗਜ਼ਾਮਪਲਸ। 2 ਨੰਬਰ ਚ ਵਟ ਆਰ ਆਈਸੋਟੋਨਸ, ਗਿਵ 2 ਐਗਜ਼ਾਮਪਲਸ। ਆ ਸਾਰੇ ਕਰਨੇ ਆ। ਹੁਣ ਆਈਸੋਟੋਨ ਕੀ ਹੁੰਦਾ ਹੈ? ਆਈਸੋਟੋਨ ਵੀ ਤੁਹਾਨੂੰ ਪਤਾ ਹੈ, ਆਈਸੋਟੋਨ ਦਾ ਮੈਂ ਪੁੱਛ ਚੁੱਕਿਆ। ਦੇ ਆਰ ਸੇਮ ਨੰਬਰ ਆਫ ਨਿਊਟਰੋਨ, ਜਿਹਦੇ ਵਿੱਚ ਨਿਊਟਰੋਨ ਸੇਮ ਨੰਬਰ ਹੋਵੇ ਤਾਂ ਨਿਊਟਰੋਨ ਕਿਵੇਂ ਫਾਈਂਡ ਹੁੰਦੇ ਆ? ਹਾਊ ਡੂ ਵੀ ਫਾਈਂਡ ਨੰਬਰ ਆਫ ਨਿਊਟਰੋਨਸ? ਇਹ ਕਿਵੇਂ ਹੈ? ਆਪਾਂ ਕਹਾਂਗੇ ਕਿ ਜੀ ਅਟੋਮਿਕ ਮਾਸ ਪਹਿਲਾਂ ਫਾਈਂਡ ਕਰੋ, ਆਪਾਂ ਕਹਾਂਗੇ ਜਿਹੜਾ ਵੀ ਆਪਣੇ ਕੋਲੇ ਅਟੋਮਿਕ ਮਾਸ ਹੈ ਇਹਦੇ ਵਿੱਚੋਂ ਦੀ ਅਟੋਮਿਕ ਨੰਬਰ ਮਾਈਨਸ ਕਰੋ। ਇਹ ਦੋਨੋਂ ਮਾਈਨਸ ਕਰ ਦੋ, ਮਤਲਬ A ਮਾਈਨਸ Z ਵਿਲ ਬੀ ਇਕੁਅਲ ਟੂ ਦਿਸ। ਜਿਵੇਂ ਆਪਾਂ ਮੰਨ ਲਓ ਹਾਈਡਰੋਜਨ ਦੀ ਮੈਂ ਗੱਲ ਕਰਾਂ 1 ਤੇ 1, ਹਾਊ ਮੈਨੀ ਨੰਬਰ ਆਫ ਨਿਊਟਰੋਨਸ ਆਰ देयर? 0। ਹੁਣੇ ਕੀਤਾ ਆਪਾਂ, ਇਹਦੇ ਵਿੱਚ ਕੋਈ ਵੀ ਨਿਊਟਰੋਨ ਨਹੀਂ ਹੈ, 0। ਤਾਂ ਆਪਾਂ ਇੱਥੇ ਕੀ ਕਰਾਂਗੇ? ਜਿਵੇਂ ਆਪਾਂ ਕਲੋਰੀਨ ਦਾ ਐਗਜ਼ਾਮਪਲ ਲੈ ਲਈਏ 37 ਤੇ 17, ਆ 37 ਚੋਂ 17 ਮਾਈਨਸ ਕਰਾਂਗੇ ਤਾਂ 20, ਤੇ ਆਪਣੇ ਕੋਲੇ ਆ ਪਿਆ ਪੋਟਾਸ਼ੀਅਮ 39 ਤੇ 19। ਜਦੋਂ ਆਪਾਂ ਇਹਨੂੰ ਮਾਈਨਸ ਕੀਤਾ ਤਾਂ we are getting 20 in both of the cases. So these two elements are having 20 atomic number, sorry 20 number of neutrons. ਇਹ ਆਪਣੇ ਕੋਲੇ ਹੈਗਾ ਹੀ ਹੈਗਾ ਸਾਰੇ। ਠੀਕ ਹੈ, so these are isotones, these are isobar, these are isotope, ਜਿਹੜੇ ਕਿ ਅਪ ਟੂ 10th ਆਪਾਂ ਸਾਰਾ ਕੁਝ ਕਰਦੇ ਹਾਂ। ਆਈਸੋਮਰਸ ਨਹੀਂ ਕਰਦੇ ਆਪਾਂ ਅਪ ਟੂ 10th। ਆਈਸੋਮਰਸ ਦੇਖ ਲਓ, ਆਈਸੋਮਰਸ ਕੀ ਹੁੰਦਾ ਹੈ? ਹੁਣ ਜਿਹੜੇ ਤੁਹਾਡੇ ਕੈਮਿਸਟਰੀ ਚ ਆਈਸੋਮਰਸ ਤੁਸੀਂ ਪੜ੍ਹੇ ਹੋਣੇ ਆ ਆਰਗੈਨਿਕ ਕੈਮਿਸਟਰੀ ਦੇ ਵਿੱਚ, ਦੇ ਆਰ ਡਿਫਰੈਂਟ, ਦਿਸ ਇਜ਼ ਡਿਫਰੈਂਟ। ਇਹ ਕੀ ਹੈ? ਇਹ ਕਹਿੰਦਾ ਕਿ ਜਦੋਂ ਆਪਣੇ ਕੋਲੇ ਨਿਊਕਲੀਅਸ ਹੁੰਦਾ ਨਾ ਬੇਟਾ, ਇਹਦੇ ਵਿੱਚ
ਚਲੋ ਅੱਛਾ ਪਹਿਲਾਂ ਮੈਨੂੰ ਐ ਦੱਸੋ ਆਈਸੋਟੋਨ ਤੱਕ ਸਮਝ ਲੱਗ ਗਿਆ ਕਿ ਨਹੀਂ ਲੱਗਿਆ? ਹਾਂਜੀ ਸਰ। Yes, sir. ਜੀ ਸਰ ਲੱਗ ਗਿਆ। ਚਲੋ ਜੀ ਇੱਥੋਂ ਤੱਕ ਆਪਾਂ ਨੂੰ ਸਮਝ ਲੱਗ ਗਿਆ। ਹੁਣ ਇਹ ਤੋਂ ਅੱਗੇ ਆਪਾਂ ਆਈਸੋਮਰਸ ਕਰਦੇ ਹਾਂ। ਆਈਸੋਮਰਸ ਕੀ ਹੁੰਦੇ ਆ? ਦੇਖੋ ਕੈਮਿਸਟਰੀ ਦੇ ਵਿੱਚ ਪੜਾਇਆ ਜਾਂਦਾ ਹੈ ਕਿ ਜਿਵੇਂ ਮੰਨ ਲਓ ਆਪਣੇ ਕੋਲੇ ਕੋਈ ਆਰਗੈਨਿਕ ਕੰਪਾਊਂਡ ਹੈ ਤੇ ਮੰਨ ਲਓ ਮੈਂ ਐਂ ਕਰਕੇ ਲਿਖਤਾ, ਇੱਥੇ ਕਲੋਰੀਨ ਪਾਤਾ, ਇੱਥੇ ਵੀ ਕਲੋਰੀਨ ਪਾਤਾ, ਇਹ ਆਪਣੇ ਕੋਲੇ ਹਾਈਡਰੋਜਨ ਹੈ। ਕੈਮਿਸਟਰੀ ਦੇ ਵਿੱਚ ਜਦੋਂ ਤੁਸੀਂ ਆਈਸੋਮਰਸ ਕਰਦੇ ਹੋ ਉਦੋਂ ਤੁਸੀਂ ਕੀ ਕਰਦੇ ਹੋ? ਆਹ ਵਾਲੇ ਕਲੋਰੀਨ ਨੂੰ ਇੱਥੋਂ ਦੀ ਹਟਾ ਕੇ ਉੱਪਰ ਨੀਚੇ ਸ਼ਿਫਟ ਕਰ ਦਿੰਦੇ ਹੋ, ਇੱਥੇ ਕਲੋਰੀਨ ਕਰ ਦਿੰਦੇ ਹੋ, ਇੱਥੇ ਹਾਈਡਰੋਜਨ ਕਰ ਦਿੰਦੇ ਹੋ। ਜੇ ਉਹਦੀ ਆਪਾਂ ਇਸ ਤਰ੍ਹਾਂ ਸ਼ੇਪ ਚੇਂਜ ਕਰ ਦਈਏ ਤਾਂ ਥੀਸ ਆਰ ਨੋਨ ਐਜ਼ ਆਈਸੋਮਰਸ। ਇਹ ਡਾਈਕਲੋਰੋਈਥੇਨ ਆ ਗਿਆ, 1,2 ਡਾਈਕਲੋਰੋਈਥੇਨ। ਨੋਮਨਕਲੇਚਰ ਤੁਸੀਂ ਕਰ ਲਿਆ ਹੋਣਾ ਹੈ ਨਾ। ਲੇਕਿਨ 1,2 ਡਾਈਕਲੋਰੋਈਥੇਨ ਜੇ ਤੁਸੀਂ ਲਿਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਕਿ ਕਲੋਰੀਨ ਦੀ ਜਿਹੜੀ ਓਰੀਐਂਟੇਸ਼ਨ ਹੈ ਉਹ ਕਿੱਧਰ ਕਿੱਧਰ ਹੈ, ਇੱਧਰ ਇੱਧਰ ਹੈ ਕਿ ਦੋਨੋਂ ਸੇਮ ਤਰਫ ਆਉਂਦੇ ਆ। ਇਹ ਵੀ ਹੁੰਦਾ ਆਪਣੇ ਵਿੱਚ। ਇਹ ਕਿਉਂ ਹੁੰਦਾ ਹੈ? ਕਿਉਂਕਿ ਇਹਦੇ ਵਿੱਚ ਕਲੋਰੀਨ ਤੇ ਕਲੋਰੀਨ ਦੀ ਰਿਪਲਸ਼ਨ ਨਹੀਂ ਹੋ ਰਹੀ। ਜੇ ਕਲੋਰੀਨ ਇੱਥੇ ਹੁੰਦਾ ਨਾ ਤਾਂ ਇਹਨਾਂ ਨੇ ਰਿਪਲਸ਼ਨ ਹੋਣੀ ਸੀ, ਤਾਂ ਇਹਦੀ ਸ਼ੇਪ ਚੇਂਜ ਹੋ ਜਾਣੀ ਸੀ ਐਟੋਮਿਕ ਇਹਦੇ ਮੋਲੀਕਿਊਲ ਦੀ। ਤਾਂ ਇਹ ਉਦੋਂ ਯੂਜ਼ ਕਰਦੇ ਆ। ਤਾਂ ਆਪਾਂ ਕੈਮਿਸਟਰੀ ਚ ਥੀਸ ਆਰ ਆਈਸੋਮਰਸ। ਬਟ ਵਾਟ ਅਬਾਊਟ ਦੀ ਫਿਜ਼ਿਕਸ? ਹੁਣ ਆਪਾਂ ਦੇਖਦੇ ਹਾਂ। ਹੁਣ ਤੁਸੀਂ ਇੱਕ ਗੱਲ ਤਾਂ ਦੇਖ ਹੀ ਚੁੱਕੇ ਕਿ ਵੀ ਬੋਹਰ ਨੇ ਇਹ ਗੱਲ ਕਹੀ ਸੀ ਕਿ ਆਪਣੇ ਕੋਲ ਜਿਹੜੇ ਇਲੈਕਟ੍ਰੋਨ ਹੈ ਨਾ, ਇਲੈਕਟ੍ਰੋਨ ਇੱਥੋਂ ਦੀ ਐਕਸਾਈਟੇਸ਼ਨ ਹੋ ਕੇ ਉੱਪਰ ਚਲਾ ਜਾਂਦਾ। ਕੀ ਇਹ ਨਿਊਕਲੀਅਸ ਦੇ ਵਿੱਚ ਵੀ ਹੁੰਦੇ ਆ? ਯੈਸ, ਇਹ ਨਿਊਕਲੀਅਸ ਦੇ ਵਿੱਚ ਵੀ ਹੁੰਦੇ ਆ। ਹੁਣ ਜੇ ਮੇਰੇ ਕੋਲ ਮੰਨ ਲਓ ਐਡਾ ਵੱਡਾ ਨਿਊਕਲੀਅਸ ਹੈ ਨਾ, ਤਾਂ ਇਹਦੇ ਵਿੱਚ ਜਿਹੜੇ ਪ੍ਰੋਟੋਨ ਹੈਗੇ ਨਾ, ਇਹ ਪ੍ਰੋਟੋਨ ਕਿਸੇ ਨਾ ਕਿਸੇ ਸ਼ੈਲ ਚ ਹੁੰਦੇ ਆ। ਤਾਂ ਇਹ ਪ੍ਰੋਟੋਨ ਵੀ ਆਪਦਾ ਸ਼ੈਲ ਚੇਂਜ ਕਰਦੇ ਆ। ਇਹ ਪ੍ਰੋਟੋਨ ਵੀ ਗੋਲ 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 ਘੁੰਮ ਰਹੇ ਹੁੰਦੇ। ਥੀਸ ਪ੍ਰੋਟੋਨਸ ਦੇ ਆਰ ਆਲਸੋ ਰੋਟੇਟਿੰਗ। ਤਾਂ ਜਦੋਂ ਇਹ ਪ੍ਰੋਟੋਨ ਇੱਥੇ ਘੁੰਮਦੇ ਆ ਨਾ, ਤਾਂ ਇਹ ਹੁਣ ਆਪਾਂ ਕਹਾਂਗੇ ਨੰਬਰ ਆਫ ਪ੍ਰੋਟੋਨ ਤਾਂ ਜੀ ਉਨਾ ਹੀ ਹੈ, ਬਟ ਪ੍ਰੈਜ਼ੈਂਟਲੀ ਨੰਬਰ ਆਫ ਪ੍ਰੋਟੋਨ ਗਰਾਊਂਡ ਸਟੇਟ 'ਚ ਹੈ। ਬਾਅਦ ਚੋਂ ਇਹਨਾਂ ਨੇ ਕੁਝ એનર્ਜੀ ਐਬਜ਼ੌਰਬ ਕੀਤੀ ਜੀ, ਇਹ ਐਕਸਾਈਟ ਹੋ ਗਏ, ਇਹ ਐਕਸਾਈਟਡ ਸਟੇਟ ਹੈ। ਤਾਂ ਇਹਨਾਂ ਦੀ ਡਿਫਰੈਂਟ એનર્ਜੀ ਲੈਵਲ ਸਟੇਟ ਪ੍ਰੋਟੋਨ ਦੀ ਬਣ ਗਈ ਵਿਦ ਇਨ ਨਿਊਕਲੀਅਸ। ਸਮਝ ਲੱਗਿਆ ਕਿ ਨਹੀਂ? ਬੋਲੋ ਯੈਸ ਨੋ ਸਰ। ਹਾਂਜੀ ਸਰ। ਨੋ ਸਰ। ਦੁਬਾਰਾ ਸੁਣੋ। ਦੇਖੋ ਜਿਹੜੇ ਆਪਾਂ ਨੇ ਐਕਸਾਈਟੇਸ਼ਨ ਚੀਜ਼ਾਂ ਕੀਤੀਆਂ ਨੇ, ਉਹ ਐਕਸਾਈਟੇਸ਼ਨ ਕੀਤੀਆਂ ਆਪਾਂ ਨੇ ਇਲੈਕਟ੍ਰੋਨ ਦੇ ਪੁਆਇੰਟ ਆਫ ਵਿਊ ਤੋਂ। ਬੋਹਰ ਨੇ ਕਿਹਾ ਕਿ ਜਿਹੜੇ ਆ ਇਲੈਕਟ੍ਰੋਨਸ ਨੇ, ਇਹ ਇਲੈਕਟ੍ਰੋਨਸ ਉੱਪਰ ਜਾ ਸਕਦੇ ਆ ਬਾਏ ਐਬਜ਼ੌਰਬਿੰਗ એનર્ਜੀ, ਤੇ ਉੱਪਰੋਂ ਇਲੈਕਟ੍ਰੋਨ ਨੀਚੇ ਜਾ ਸਕਦੇ ਆ ਬਾਏ ਇਮਿਟਿੰਗ એનર્ਜੀ। ਤਾਂ ਇਹਨਾਂ ਨੇ ਕੀ ਕੀਤਾ ਨਾ, ਇਹਨਾਂ ਨੇ ਫਾਈਂਡ ਕੀਤਾ, ਤਾਂ ਇਹਨਾਂ ਨੂੰ ਨਾ ਗਾਮਾ ਰੇਜ਼ ਫਾਈਂਡ ਹੋਈਆਂ। ਗਾਮਾ ਰੇਜ਼ ਇਹ ਇੰਨੀਆਂ ਜ਼ਿਆਦਾ ਖਤਰਨਾਕ ਨੇ। ਜਦੋਂ ਆਪਾਂ ਕਹਿੰਦੇ ਨਾ ਕਿ ਐਟੋਮਿਕ ਬੰਬ ਕਿਤੇ ਫਟ ਗਿਆ, ਉਹਦੇ ਵਿੱਚੋਂ ਦੀ ਰੇਡੀਏਸ਼ਨ ਨਿਕਲਦੀ ਹੈ ਤੇ ਬੰਦੇ ਖਰਾਬ ਹੋ ਜਾਂਦੇ। ਜਾਪਾਨ ਦੇ ਵਿੱਚ ਐਟੋਮਿਕ ਬੰਬ ਜਦੋਂ ਬਲਾਸਟ ਹੋਇਆ ਨਾ, ਉਸ ਦਿਨ ਤੋਂ ਬਾਅਦ ਅੱਜ ਤੱਕ ਉਹਨਾਂ ਦੇ ਜਿਹੜੇ ਬੱਚੇ ਪੈਦਾ ਹੋਏ ਆ, ਹੁਣ ਉਹਨਾਂ ਦੇ ਸਾਰਿਆਂ ਦੇ ਬੱਚਿਆਂ ਦੇ ਵਿੱਚ ਨਾ ਜੈਨੇਟਿਕ ਚੇਂਜਸ ਹੋਈਆਂ ਉਹਨਾਂ ਨੂੰ ਮਿਲਦੀਆਂ। ਜੈਨੇਟਿਕ ਚੇਂਜਸ, ਜੀਨਸ ਹੀ ਬਦਲਤਾ ਉਹਨਾਂ ਦਾ। ਤਾਂ ਉਨੀ ਪਾਵਰ ਕਿਹਦੇ ਕੋਲੇ ਹੈ? ਉਨੀ ਪਾਵਰ ਗਾਮਾ ਰੇਜ਼ ਕੋਲੇ ਹੈ। ਹੁਣ ਆਪਣੇ ਕੋਲੇ ਧੁੱਪ ਪੈਂਦੀ ਹੈ, ਤਾਂ ਧੁੱਪ ਪੈਂਦੀ ਤਾਂ ਆਪਣੀ ਜੀਨਸ ਤਾਂ ਨਹੀਂ ਬਦਲਦੀ, ਤਾਂ ਧੁੱਪ ਆਪਣੀ ਸਕਿਨ ਤੇ ਰੁਕ ਜਾਂਦੀ ਹੈ। ਧੁੱਪ ਤੁਹਾਡੀ ਹੱਡੀਆਂ ਨੂੰ ਧੁੱਪ ਨਹੀਂ ਮਿਲਦੀ, ਠੀਕ ਹੈ ਨਾ। ਲੇਕਿਨ ਗਾਮਾ ਰੇਜ਼ ਜੇ ਤੁਹਾਡੇ ਆਰ ਪਰ, ਜੇ ਤੁਹਾਡੇ ਤੇ ਪਈਆਂ ਜਾਣ ਤਾਂ ਇਹ ਤੁਹਾਡੇ ਆਰ ਪਰ ਜਾਣਗੀਆਂ। ਆਰ ਪਰ ਤਾਂ ਜਾਣਗੀਆਂ ਹੀ, ਤੁਹਾਡੀ ਜੀਨਸ, ਜੈਨੇਟਿਕਸ, ਤੁਹਾਡੀਆਂ ਹੱਡੀਆਂ, ਮਾਸ, ਸਭ ਕੁਝ ਖਰਾਬ ਹੋ ਜਾਂਦਾ ਹੁੰਦਾ। ਇਹ ਗਾਮਾ ਰੇਜ਼ ਇੰਨੀਆਂ ਖਤਰਨਾਕ ਨੇ। ਜਦੋਂ ਆਪਾਂ ਗਾਮਾ ਰੇਜ਼ ਦੇ ਬਾਰੇ ਸਟੱਡੀ ਕੀਤਾ ਕਿ ਵੀ ਗਾਮਾ ਰੇਜ਼ ਕਿਵੇਂ ਬਣਨਗੀਆਂ ਤੇ ਇਹਨਾਂ ਦਾ ਕਿਵੇਂ ਅਪ ਡਾਊਨ ਹੋਏਗਾ, ਗਾਮਾ ਰੇਜ਼ ਕਿਵੇਂ ਪੈਦਾ ਹੁੰਦੀਆਂ ਨੇ, ਤਾਂ ਦੇ ਫਾਊਂਡ ਕਿ ਇਹ ਗਾਮਾ ਰੇਜ਼ ਆਪਣੇ ਕੋਲੇ ਕਿੱਥੋਂ ਆਉਂਦੀਆਂ ਨੇ? ਨਿਊਕਲੀਅਸ ਦੇ ਵਿੱਚੋਂ ਦੇ ਨਿਕਲਦੀਆਂ ਨੇ। ਇਹ ਗਾਮਾ ਰੇਜ਼ ਕਿੱਥੋਂ ਨਿਕਲ ਰਹੀਆਂ ਨੇ? ਨਿਊਕਲੀਅਸ ਚੋਂ। ਕਿੱਥੋਂ ਨਿਕਲ ਰਿਹਾ ਬੇਟਾ? ਨਿਊਕਲੀਅਸ ਤੋਂ। ਹੁਣ ਨਿਊਕਲੀਅਸ ਚੋਂ ਕਿਉਂ ਨਿਕਲਦੀਆਂ? ਹੁਣ ਬੋਹਰ ਕਹਿੰਦਾ ਕਿ ਦੇਖੋ ਜੀ એનર્ਜੀ ਤਾਂ ਹੀ ਨਿਕਲੂਗੀ, ਠੀਕ ਹੈ ਨਾ, ਇਹਦੇ ਇਲਾਵਾ ਹੋਰ ਕੀ ਕਰ ਲੂਗਾ ਉਹ? ਨਿਕਲੂਗੀ ਤਾਂ ਹੀ, ਕੁਝ ਨਾ ਕੁਝ ਉੱਪਰ ਨੀਚੇ ਹੋ ਰਿਹਾ ਹੋ। ਤਾਂ ਇਹਨਾਂ ਨੇ ਇਹ ਕੰਕਲੂਜਨ ਦਿੱਤਾ ਕਿ ਜਿਹੜਾ ਆਪਣੇ ਕੋਲੇ ਨਿਊਕਲੀਅਸ ਹੈ ਨਾ, ਨਿਊਕਲੀਅਸ ਦੇ ਵਿੱਚ ਵੀ એનર્ਜੀ ਸੈਲਸ ਬਣੇ ਹੁੰਦੇ ਆ। ਤੇ ਨਿਊਕਲੀਅਰ ਦੇ ਵਿੱਚ ਜਿਹੜੇ એનર્ਜੀ ਸੈਲਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਪ੍ਰੋਟੋਨ ਹੁੰਦੇ ਆ, ਇਲੈਕਟ੍ਰੋਨ ਨਹੀਂ ਹੁੰਦੇ, ਪ੍ਰੋਟੋਨ ਹੁੰਦੇ ਆ। ਤਾਂ ਪ੍ਰੋਟੋਨ ਜਦੋਂ ਅੱਗੇ ਪਿੱਛੇ ਮੂਵ ਕਰਦੇ ਆ
ਤਾਂ ਉਹਨਾਂ ਨੂੰ એનર્ਜੀ ਰੇਡੀਏਟ ਕਰਨੀ ਪੈਂਦੀ ਹੈ। ਜਿਹੜੀ ਉਹ એનર્ਜੀ ਰੇਡੀਏਟ ਹੁੰਦੀ ਆ ਉਹ ਗਾਮਾ ਰੇਜ਼ ਹੁੰਦੀ ਹੈ। ਬੇਟਾ ਜੀ ਗੱਲ ਕਲੀਅਰ ਹੋਈ, ਦੱਸੋ। ਯੈਸ ਸਰ। ਠੀਕ ਹੈ ਨਾ, ਉਹਨਾਂ ਨੂੰ ਆਪਾਂ ਕਹਿੰਦੇ ਆ ਆਈਸੋਮਰਸ। ਹੁਣ ਆਪਾਂ ਕਹਾਂਗੇ ਦੇਖੋ ਜੀ ਕਲੋਰੀਨ ਦਾ ਸੀਗਾ ਐਲੀਮੈਂਟ ਤਾਂ ਆਹੀ ਹੈ, ਲੇਕਿਨ ਇਹਨਾਂ ਨੇ ਗਾਮਾ ਰੇਜ਼ ਦਿੱਤੀ। ਬੇਟਾ ਥੋੜਾ ਜਿਹਾ ਇਹਦੇ ਚ ਚੀਨੀ ਘੱਟ ਹੈ, ਇਹਦੇ ਨਾਲ ਥੋੜੀ ਖੰਡ ਘੋਲ ਕੇ ਬਾਹਰੋਂ ਹੀ ਘੋਲਦੀ, ਥੋੜੀ ਜਿਹੀ ਖੰਡ ਪਾ ਕੇ ਘੋਲ ਕੇ ਲੈ। ਠੀਕ ਹੈ ਨਾ, ਆਪਣੇ ਇਹਦੇ ਵਿੱਚ ਹੁਣ ਜਦੋਂ ਇਹਨਾਂ ਨੇ ਗਾਮਾ ਰੇਜ਼ ਦੇਤੀਆਂ ਤੇ ਲੈਤੀਆਂ ਤਾਂ ਇਹਦੀ ਐਕਸਾਈਟੇਸ਼ਨ ਸਟੇਟ ਚੇਂਜ ਹੋ ਗਈ। ਤਾਂ ਆਪਾਂ ਨੇ ਕੀ ਕਹਿਤਾ ਕਿ ਇਟ ਇਜ਼ ਦੀ ਸੇਮ ਨਿਊਕਲੀਅਸ, ਹੈਗਾ ਤਾਂ ਕਲੋਰੀਨ ਦਾ ਹੀ ਨਿਊਕਲੀਅਸ ਨਾ, ਸੇਮ ਨਿਊਕਲੀਅਸ ਵਿਚ ਇਜ਼ ਐਗਜ਼ਿਸਟਿੰਗ ਇਨ ਡਿਫਰੈਂਟ એનર્ਜੀ ਸਟੇਟ। એનર્ਜੀ ਸਟੇਟ ਅਲੱਗ-ਅਲੱਗ ਹੈ, ਤਾਂ ਟ੍ਰਾਂਜੀਸ਼ਨ ਆਫ ਪ੍ਰੋਟੋਨਸ ਵਿਦ ਇਨ ਦੀ ਨਿਊਕਲੀਅਸ ਆ ਚੀਜ਼ ਹੈ। ਇਹਦੇ ਵਿੱਚੋਂ ਦੀ ਗਾਮਾ ਰੇਜ਼ ਆਪਣੇ ਕੋਲੇ ਪੈਦਾ ਹੁੰਦੀਆਂ ਨੇ। ਤੇ ਜੇ ਇਸ ਤਰ੍ਹਾਂ ਦਾ ਹੋਵੇ ਕਿ ਆਪਣੇ ਕੋਲੇ ਕਲੋਰੀਨ ਸੀਗਾ ਬਾਈ, ਇਹਦੇ ਵਿੱਚੋਂ ਦੀ ਬਹੁਤ ਖਤਰਨਾਕ ਰੇਡੀਏਸ਼ਨ ਨਿਕਲੀ, ਤਾਂ ਕਲੋਰੀਨ ਰਹੂਗਾ ਤਾਂ ਕਲੋਰੀਨ ਹੀ, ਉਹਦਾ ਐਟੋਮਿਕ ਨੰਬਰ ਚੇਂਜ ਹੋਇਆ ਨਹੀਂ, ਐਟੋਮਿਕ ਮਾਸ ਚੇਂਜ ਹੋਇਆ ਨਹੀਂ, ਲੇਕਿਨ ਗਾਮਾ એનર્ਜੀ ਤਾਂ ਨਿਕਲੀ ਨਾ, ਤਾਂ ਸਮਥਿੰਗ ਹੈਜ਼ ਚੇਂਜਡ। what has changed? Now the energy state of proton has changed. ਕੀ ਚੇਂਜ ਹੋਇਆ ਬੇਟਾ, ਧਿਆਨ ਨਾਲ ਸੁਣੋ, ਬੋਲੋ what has changed, ਬੋਲੋ ਬਈ। Energy state of protons. ਵੈਰੀ ਗੁੱਡ। ਅਮਰਜੀਤ ਕੀ ਚੇਂਜ ਹੋਇਆ, ਬੋਲੋ। એનર્ਜੀ ਸਟੇਟ ਪ੍ਰੋਟੋਨ। ਬਿਲਕੁਲ, ਪ੍ਰੋਟੋਨ ਦੀ એનર્ਜੀ ਸਟੇਟ। ਆਰੀਅਨ ਤੇ ਸੁਮਿਤ ਤੁਹਾਨੂੰ ਸਮਝ ਲੱਗ ਗਿਆ ਬੇਟਾ? ਹਾਂਜੀ ਸਰ। ਠੀਕ ਹੈ ਨਾ, ਜਿਹੜਾ ਪ੍ਰੋਟੋਨ ਹੈ ਨਾ, ਇਹਦੇ ਹਿੱਲਣ ਦੇ ਕਰਕੇ, ਹੁਣ ਜਿਵੇਂ ਮੈਂ ਥੋੜਾ ਜਿਹਾ ਐ ਜੇ ਹਿੱਲਿਆ ਤੇ એનર્ਜੀ ਰਿਲੀਜ਼ ਹੋ ਗਈ, ਤਾਂ ਪ੍ਰੋਟੋਨ ਹਿੱਲਿਆ ਐ ਕਰਕੇ ਡਾਂਸ ਕੀਤਾ, ਪ੍ਰੋਟੋਨ ਦੇ ਵਿੱਚੋਂ એનર્ਜੀ ਨਿਕਲੀ। ਤਾਂ ਦੈਟ ਇਜ਼ ਵਾਟ ਇਜ਼ ਹੈਪਨਿੰਗ। ਉਹਨੂੰ ਆਪਾਂ ਕਹਿੰਦੇ ਆ ਆਈਸੋਮਰ। ਉਹਨੂੰ ਆਪਾਂ ਕੀ ਕਹਾਂਗੇ? ਮਜ਼ਾ ਆ ਗਿਆ ਮਜ਼ਾ ਕਿ ਨਹੀਂ ਆਇਆ? ਆਈਸੋਮਰ। ਤਾਂ ਇਹ ਤੁਸੀਂ 4 ਡੈਫੀਨੇਸ਼ਨਸ ਆਪਦੀਆਂ ਯਾਦ ਰੱਖਣੀਆਂ ਨੇ। ਇਹਦੇ ਵਿੱਚੋਂ ਜ਼ਿਆਦਾਤਰ ਕੁਐਸਚਨ ਜੇ ਪੁੱਛਿਆ ਜਾਊਗਾ ਤੁਹਾਨੂੰ, ਤਾਂ ਪੋਸੀਬਿਲਿਟੀ ਬਣਦੀ ਹੈ ਵੀ ਆਈਸੋਟੋਨਸ ਤੇ ਹੀ ਕੁਐਸਚਨ ਆਊਗਾ, ਨਾ ਆਈਸੋਮਰ ਤੇ ਆਵੇ ਕਿਉਂਕਿ ਇਹ ਜ਼ਿਆਦਾ ਉੱਚੀ ਗੱਲ ਹੋਗੀ, ਤੇ ਨਾ ਆਈਸੋਟੋਪ ਤੇ ਆਈਸੋਬਾਰ ਤੇ ਆਵੇ ਕਿਉਂਕਿ ਇਹ ਥੱਲੇਲੀ ਗੱਲ ਹੋਗੀ। ਇਹ 10ਵੀਂ ਚ ਬੱਚੇ ਨੂੰ ਬੜੀ ਚੰਗੀ ਤਰ੍ਹਾਂ ਰੱਟਾ ਮਰਵਾਇਆ ਜਾਂਦਾ ਹੈ। ਆਈਸੋਮਰਸ ਦੇ ਉੱਤੇ ਬਾਅਦ ਚੋਂ ਡਿਟੇਲ ਚ ਪੜਿਆ ਜਾਂਦਾ ਹੈ। ਆਈਸੋਟੋਨਸ ਹੀ ਹੈ ਜਿਹੜੇ ਆਪਾਂ ਨੂੰ ਜ਼ਿਆਦਾਤਰ ਆਪਣੇ ਧਿਆਨ ਚ ਰਹਿਣੇ ਚਾਹੀਦੇ ਆ। ਦੈਟ ਇਜ਼ ਵਾਈ ਮੈਨੇ ਆਪਦੇ ਟੈਸਟ ਦੇ ਵਿੱਚ ਵੀ ਆਈਸੋਟੋਨਸ ਹੀ ਪਾਇਆ ਹੋਇਆ ਸੀ। ਠੀਕ ਹੈ ਨਾ, ਚਲੋ ਜੀ ਇਦੋਂ ਚੱਲਦੇ ਆ ਅੱਗੇ। ਨਾਓ ਓਨਲੀ 10 ਮਿੰਟਸ ਆਰ ਰਿਮੇਨਿੰਗ। ਇਹਦੇ ਵਿੱਚ ਲੱਗੂਗਾ ਟਾਈਮ ਆਪਾਂ ਨੂੰ, ਇਹ ਵੀ ਲੱਗੂਗਾ ਟਾਈਮ, ਨਿਊਕਲੀਅਰ ਐਸਿਡ ਇਨ ਦਿਸ, ਇਹਨਾਂ ਵਿੱਚ ਲੱਗੂਗਾ ਟਾਈਮ, ਤੇ ਇਹ ਆਪਾਂ ਕਰਾਂਗੇ ਬੇਟਾ ਕੱਲ। ਹੁਣ ਤੁਸੀਂ ਇੱਥੋਂ ਤੱਕ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਆਉਣਾ ਹੈ। ਠੀਕ ਹੈ, ਤੇ ਜੋ ਕੁਝ ਮੈਂ ਦੱਸਤਾ ਤੁਹਾਨੂੰ ਯਾਦ, ਤੁਸੀਂ ਇਹਨੂੰ 5 ਬੁੱਕ ਚੋਂ ਪੜ੍ਹਨਾ, ਆਪਦੇ ਨੋਟਸ ਕ੍ਰੀਏਟ ਕਰਨੇ, ਬੇਟਾ ਉਹ ਕੰਮਾਂ 'ਚ ਪੈ ਜਾਓ ਹੁਣੇ ਤੋਂ। ਮੈਂ ਅਗੇਨ ਐਂਡ ਅਗੇਨ ਤੁਹਾਨੂੰ ਸਿਰਫ ਇਸੇ ਕਰਕੇ ਕਹਿਣਾ, ਤੁਹਾਨੂੰ ਲੱਗੂਗਾ ਯਾਰ ਵਰੁਣ ਸਰ ਫੇਰ ਸ਼ੁਰੂ ਹੋ ਗਏ। ਮੈਂ ਅਗੇਨ ਐਂਡ ਅਗੇਨ ਤੁਹਾਨੂੰ ਸਿਰਫ ਇਸੇ ਕਰਕੇ ਕਹਿਣਾ ਕਿ ਜਿਹੜਾ ਬੱਚਾ ਪਿੱਛੇ ਰਹਿ ਜਾਂਦਾ ਨਾ, ਉਹਦੇ ਪਿੱਛੇ ਸਿਰਫ ਇੱਕੋ ਹੀ ਕਮੀ ਹੁੰਦੀ ਹੈ, ਉਹ ਕਮੀ ਹੁੰਦੀ ਹੈ ਸੈਲਫ ਡਿਸਿਪਲਿਨ। ਸਿਰਫ ਇੱਕੋ ਹੀ ਚੀਜ਼ ਦੀ ਕਮੀ ਹੁੰਦੀ ਹੈ, ਦੈਟ ਇਜ਼ ਸੈਲਫ ਡਿਸਿਪਲਿਨ। ਹੁਣ ਅੱਜ ਦੀ ਨਿਊਜ਼ ਹੈ, ਆਪਣੇ ਸੁਹਾਲ ਸਰ ਨੇ, ਜਿਹੜੇ ਜਾਣਦੇ ਹੋ ਤੁਸੀਂ ਸੁਹਾਲ ਸਰ ਨੂੰ? ਜਾਣਦੇ ਹੋ ਕਿ ਨਹੀਂ? ਨਾਮ ਸੁਣਿਆ। ਅੱਛਾ, ਆਰਡੀ ਸਰ ਦਾ ਨਾਮ ਸੁਣਿਆ? ਹਾਂਜੀ ਹਾਂਜੀ ਆਰਡੀ ਸਰ ਨੂੰ ਤਾਂ ਜਾਣਦੇ ਹੋ ਸਾਰੇ, ਹਨਾ? ਆਰਡੀ ਸਰ ਨੂੰ, ਮਨਦੀਪ ਸਰ ਨੂੰ ਵੀ ਪਤਾ ਹੈ ਹੁਣ ਤਾਂ, ਮਨਦੀਪ ਸਰ ਨੂੰ ਵੀ ਪੁੱਛ ਸਕਦੇ ਹੋ ਤੁਸੀਂ। ਆਰਡੀ ਸਰ ਨੂੰ ਕਰੋਨਾ ਹੋ ਗਿਆ। ਕਰੋਨਾ ਇੰਨਾ ਜ਼ਿਆਦਾ ਫੈਲ ਰਿਹਾ ਹੈ ਕਿ ਆਪਣੇ ਟੀਚਰਸ ਨੂੰ ਕਰੋਨਾ ਹੋ ਜਾਂਦਾ। ਸੁਹਾਲ ਸਰ ਨੂੰ ਕਰੋਨਾ ਹੋ ਗਿਆ। ਸੁਹਾਲ ਸਰ ਕੋਲੇ ਅੱਧੀ ਜਨਤਾ ਜਾਂਦੀ ਹੈ ਮੈਥਸ ਪੜ੍ਹਨ, ਠੀਕ ਹੈ ਨਾ, ਅੱਧੀ ਜਨਤਾ ਜਾਂਦੀ ਹੈ ਆਰਡੀ ਸਰ ਕੋਲੇ ਕੈਮਿਸਟਰੀ ਪੜ੍ਹਨ, ਉਹਨਾਂ ਨੂੰ ਕਰੋਨਾ ਹੋ ਗਿਆ। ਹੁਣ ਚਲੋ ਆਪਾਂ ਇਹ ਨਹੀਂ ਕਹਿੰਦੇ, ਆਪਣੇ ਵਾਸਤੇ ਬਹੁਤ ਮਾੜੀ ਗੱਲ ਹੋਈ ਹੈ, ਆਪਾਂ ਨਹੀਂ ਕਹਿੰਦੇ ਵੀ ਕਿਸੇ ਨੂੰ ਕਰੋਨਾ ਹੋਵੇ, ਇਟਸ ਰੀਅਲੀ ਬੈਡ, ਬਟ ਤੁਹਾਨੂੰ ਮੈਂ ਕੀ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਜੇ ਕਰੋਨਾ ਹੋ ਗਿਆ, ਉਹਨਾਂ ਨੇ ਹੁਣ 15 ਦਿਨਾਂ ਦੀਆਂ ਛੁੱਟੀਆਂ ਦਿੱਤੀਆਂ ਨੇ, ਤਾਂ ਬੱਚਿਆਂ ਦੀਆਂ ਪੜ੍ਹਾਈਆਂ ਮੈਨੂੰ ਦੱਸੋ ਸਫਰ ਨਹੀਂ ਹੋਈਆਂ? ਬੱਚਿਆਂ ਦੀ ਪੜ੍ਹਾਈ ਸਫਰ ਹੋਈ ਕਿ ਨਹੀਂ ਹੋਈ? ਹੋਈ ਨਾ ਸਫਰ। ਹੁਣ ਇਹ ਬੱਚੇ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਇਹਦੀ ਗਲਤੀ ਹੈ ਉਹਦੀ ਗਲਤੀ ਹੈ, ਸਫਰ ਹੋਈ। ਤੁਹਾਡੇ ਵਾਸਤੇ ਕੀ ਚੀਜ਼ ਹੈ, ਜੇ ਤੁਸੀਂ ਥੋੜਾ ਮੋਟਾ ਸੈਲਫ ਡਿਸਿਪਲਿਨ ਆਪਦੇ ਅੰਦਰ ਰੱਖ ਜਾਓ, ਤਾਂ ਆਹ ਵਾਲੇ ਸਟੂਡੈਂਟਸ ਤੋਂ ਅੱਗੇ ਲੰਘ ਸਕਦੇ ਹੋ ਕਿ ਨਹੀਂ ਲੰਘ ਸਕਦੇ? ਜੇ ਆਪਣੇ ਬਠਿੰਡੇ ਦੇ ਵਿੱਚ
2 ਕੇ 3 ਟੀਚਰ ਹੈ ਜੇ ਹੈ ਜਿਨ੍ਹਾਂ ਨੂੰ ਕਰੋਨਾ ਹੋ ਗਿਆ ਤੇ ਉਹਨਾਂ ਦੇ ਕਰਕੇ ਮੰਨ ਲਓ 500 ਸਟੂਡੈਂਟ ਖਰਾਬ ਹੋ ਰਿਹਾ ਹੈ, ਤਾਂ ਤੁਸੀਂ ਇਹ ਸੋਚੋ ਕਿ ਪੰਜਾਬ 'ਚ ਕਿੰਨੇ ਟੀਚਰ ਹੋ ਸਕਦੇ ਜਿਨ੍ਹਾਂ ਨੂੰ ਕਰੋਨਾ ਹੋ ਸਕਦਾ ਹੈ। ਸੋਚ ਕੇ ਦੇਖੋ ਕਿ ਇੰਡੀਆ ਲੈਵਲ ਤੇ ਕੰਪੀਟੀਸ਼ਨ ਤੁਹਾਨੂੰ ਜਿਹੜਾ ਤੁਹਾਨੂੰ ਕੰਪੀਟੀਸ਼ਨ ਮਿਲਣਾ ਹੈ ਉਹ ਤੁਹਾਨੂੰ ਚੰਗਾ ਮਿਲੂਗਾ ਕਿ ਮਾੜਾ ਮਿਲੂਗਾ। ਦੇਖੋ the only difference between these students now is self discipline। ਜਿਹੜਾ ਇਹਦੇ ਵਿੱਚੋਂ ਦੀ ਕੁਝ ਸਟੂਡੈਂਟ ਹੋਣਗੇ ਜਿਨ੍ਹਾਂ ਨੂੰ ਟੀਚਰ ਨੇ ਕਹਿ ਦੇਣਾ ਬੇਟਾ ਆਪ ਆਪਣੇ ਆਪ ਕਰਕੇ ਦੇਖੋ, बेटा मेरी रिकॉर्डिंग्स ऑनलाइन पड़ी हैं, आप अपने आप देख लो, बेटा मैंने डीपीपी दे दी, आप अपने आप कर लो। आ जेड़ा अपने आप कर लो वाली कंडीशन है जो ओदे विच पै गया अपने आप कर लो, वो ऊपर चला गया। जेड़ा रह गया कि नहीं नहीं सर अगर आप कराओगे तो ही करूंगा मैं, नहीं तो नहीं मैं करूंगा, जेड़े वो स्टूडेंट है वो रह गए पीछे। The basic difference between students now will be self discipline। ਆਉਣ ਵਾਲੇ ਟਾਈਮ ਦੇ ਵਿੱਚ ਸਿਰਫ ਆ ਇੱਕ ਫਰਕ ਰਹਿ ਜਾਊਗਾ ਹੁਸ਼ਿਆਰ ਜਵਾਕ ਦੇ ਵਿੱਚ ਤੇ ਨਲਾਇਕ ਜਵਾਕ ਦੇ ਵਿੱਚ। ਜੇ ਤੁਸੀਂ ਆਪ ਦੇ ਵਿੱਚੋਂ ਸੈਲਫ ਡਿਸਪਲਿਨ ਲਿਆ ਹੈ ਕਿ ਨਹੀਂ ਯਾਰ ਵਰੁਣ ਸਰ ਨੇ ਕਿਹਾ ਸੀ ਇਹ ਪੜ੍ਹਨਾ ਤਾਂ ਮੈਂ ਤਾਂ ਪੜ੍ਹ ਕੇ ਛੱਡੂ, ਵਰੁਣ ਸਰ ਨੇ ਕਿਹਾ ਸੀ 1 ਘੰਟਾ ਫਿਜ਼ਿਕਸ ਪੜ੍ਹਨਾ ਡੇਲੀ, ਮੈਂ 1 ਘੰਟਾ ਫਿਜ਼ਿਕਸ ਨੂੰ ਡੇਲੀ ਨੂੰ ਦੇਣਾ ਹੀ ਦੇਣਾ ਹੈ। ਜਿਵੇਂ ਆਪਾਂ ਮੰਦਿਰ ਗੁਰਦੁਆਰੇ ਜਾਂਦੇ ਆ ਨਾ ਕਿ ਆਪਾਂ ਤਾਂ ਜੀ ਡੇਲੀ ਜਾਣਾ ਹੀ ਜਾਣਾ ਹੈ, ਆਪਣੇ ਕਹਿੰਦਾ ਜੀ ਮੈਂ ਤਾਂ ਜੀ ਜੋਤ ਜਗਾਉਣੀ ਹੈ ਡੇਲੀ, ਤਾਂ ਬਾਈ ਤੁਸੀਂ ਡੇਲੀ ਫਿਜ਼ਿਕਸ ਦੇ ਅੱਗੇ ਜੋਤ ਜਗਾਉਣੀ ਹੈ। ਇਹ ਸੈਲਫ ਡਿਸਪਲਿਨ ਚ ਆ ਜਾਓ। ਮੈਂ ਤੁਹਾਨੂੰ ਲਿਖ ਕੇ ਦੇ ਰਿਹਾ, ਤੁਹਾਡੇ ਰੈਂਕ ਦੇਖਿਓ ਇੰਪਰੂਵ ਹੁੰਦਾ ਇਸ ਸਾਲ, ਕਿਤੇ ਦੀ ਕਿਤੇ ਜਾਊਗਾ। ਤਾਂ ਇੱਥੋਂ ਤੱਕ ਹੁਣ ਤੁਸੀਂ ਪੜ੍ਹਨਾ ਹੈ ਤੇ ਤੁਸੀਂ ਆਪੇ ਆਪਦੀ ਕਾਪੀ ਦੇ ਵਿੱਚ ਨੋਟ ਵੀ ਕਰਨੀਆਂ ਨੇ, ਲਿਖ ਕੇ ਪ੍ਰੈਕਟਿਸ ਕਰੋ, ਲਿਖ ਕੇ। ਚਲੋ ਜੀ, ਆਲ ਦੀ ਬੈਸਟ, ਬਾਏ। ਥੈਂਕ ਯੂ। ਕੋਈ ਕੁਝ ਕਹਿਣਾ ਚਾਹੁੰਦਾ ਹੈ ਕਹਿ ਸਕਦਾ।